ਅੱਜ ਗੁਰਬਾਣੀ ਵਿਚਾਰ ਵਿੱਚ ਆਨੰਦ ਸਾਹਿਬ ਨੂੰ ਨਿਰੰਤਰ ਕਰਦੇ ਹੋਏ ਉਸ ਦੀਆਂ ਅਗਲੀਆਂ ਦੋ ਪੌੜੀਆਂ ਦੀ ਵਿਚਾਰ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ। ਜੋ ਉਸ ਮਹਾਰਾਜ ਦਾ, ਜੋ ਉਸ ਸਾਹਿਬ ਦਾ ਹੁਕਮ ਹੈ। ਅੱਜ ਸ਼ੁਰੂ ਹੁੰਦੀ ਹੈ ਕਿ ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ। ਆਨੰਦ ਸਾਹਿਬ ਦੀ ਜਿਹੜੀ ਵਿਚਾਰ ਨਿਰੰਤਰ ਪਿੱਛੇ ਆਪਾਂ ਕੀਤੀ ਹੈ ਕਿ ਚੱਲੀ ਆ ਰਹੀ ਹੈ ਕਿ ਆਨੰਦ ਅਨਹਦ ਧੁਨ ਵਿੱਚੋਂ ਪੈਦਾ ਹੁੰਦਾ ਹੈ। ਅਨਹਦ ਜਿਸ ਦੀ ਕੋਈ ਹੱਦ ਨਹੀਂ, ਜਿਸ ਦਾ ਕਦੀ ਖਤਮ ਨਹੀਂ ਹੋਣਾ, ਜਿਸ ਦਾ ਕਦੀ ਖਾਤਮਾ ਨਹੀਂ ਹੁੰਦਾ। ਉਹ ਧੁਰ ਦਰਬਾਰ ਤੋਂ ਆਉਂਦੀ, ਉਸ ਵਾਹਿਗੁਰੂ ਦੇ ਧੁਰ ਤੋਂ ਆਉਂਦੀ ਹੈ, ਉਸ ਅਕਾਲ ਪੁਰਖ ਦੇ ਧੁਰ ਤੋਂ ਆਉਂਦੀ ਹੈ। ਕਿਉਂਕਿ ਸੰਸਾਰ ਵਿੱਚ ਅਗਰ ਕੋਈ ਨਾ ਨਾਸ਼ਵਾਨ ਹੋਣ ਵਾਲੀ ਚੀਜ਼ ਹੈ ਤਾਂ ਉਹ ਹੈ ਧੁਰ, ਉਹ ਹੈ ਮਾਲਕ ਦਾ ਦਰਬਾਰ, ਜਿਸ ਤੇ ਜਾ ਕੇ ਹੀ ਅਸੀਂ ਸਾਰੇ ਆਪਣੇ ਇਸ ਜੀਵਨ ਚੱਕਰ ਤੋਂ ਮੁਕਤ ਹੋ ਕੇ ਔਰ ਅਮਰ ਰਹਿ ਸਕਦੇ ਹਾਂ। ਇਹ ਉਸ ਅਮਰ ਪਦ ਦੀ, ਉਸ ਅਮਰ ਅਵਸਥਾ ਦੀ ਕਹਿੰਦੇ ਆਨੰਦ ਵਿੱਚ ਸਾਰੀ ਅਵਸਥਾ ਬਣਾਈ ਹੋਈ ਹੈ ਜਾਂ ਅਵਸਥਾ ਦਰਸਾਈ ਗਈ ਹੈ। ਅਨਹਦ ਆਨੰਦ। ਜਿਵੇਂ ਜਿਵੇਂ ਅਨਹਦ ਅਭਿਆਸੀ ਪੁਰਸ਼ਾਂ ਅੱਗੇ ਬੇਨਤੀ ਕਰਾਂਗੇ, ਅਭਿਆਸੀ ਪੁਰਸ਼ ਇਸ ਨੂੰ ਅੱਛੀ ਤਰ੍ਹਾਂ ਸਮਝਦੇ ਨੇ। ਜਿਵੇਂ ਜਿਵੇਂ ਅਨਹਦ ਦਾ ਅੰਦਰ ਵਾਧਾ ਹੁੰਦਾ ਹੈ, ਆਨੰਦ ਦਾ ਵਾਧਾ ਹੁੰਦਾ ਹੈ। ਜਿਵੇਂ ਜਿਵੇਂ ਆਨੰਦ ਦਾ ਵਾਧਾ ਹੁੰਦਾ ਹੈ, ਅਨਹਦ ਦਾ ਵਾਧਾ ਹੁੰਦਾ। ਉਸ ਦੀ ਵਿਆਖਿਆ ਹੁਣ ਮਹਾਰਾਜ ਜੀ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਪੰਜ ਸ਼ਬਦ ਸਾਡੇ ਇਸ ਆਤਮਾ ਤੋਂ ਪਰਮਾਤਮਾ ਦੇ ਸਫ਼ਰ ਵਿੱਚ, ਜਿਸ ਨੂੰ ਗੁਰਬਾਣੀ ਚੌਥਾ ਪਦ ਕਹਿੰਦੀ, ਚੌਥੇ ਪਦ ਮੈਂ ਸੋ ਜਨ ਗਤ ਪਾਏ। ਸ਼ਬਦ ਨੇ ਪੰਜ, ਤਤ ਨੇ ਪੰਜ। ਸ਼ਬਦ ਪੰਜ, ਤਤ ਪੰਜ, ਬੁੱਧ ਮਤ ਮਨ ਸੁਰਤੀ ਸ਼ਬਦ, ਇਹ ਵੀ ਪੰਜ। ਮਹਾਰਾਜ ਜੀ ਅਮਰਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਉਹ ਪੰਜ ਸ਼ਬਦਾਂ ਦਾ ਅਨਹਦ ਰਾਗ ਹੈ, ਜਿਹੜੇ ਕਿ ਨਿਰੰਤਰ ਚੱਲ ਰਹੇ ਨੇ। ਅਭਿਆਸ ਤੋਂ ਬਿਨਾਂ ਉਹ ਉਜਾਗਰ ਨਹੀਂ ਹੁੰਦੇ, ਆਉਣੇ ਨਹੀਂ ਕਿਤਿਓਂ ਵੀ, ਅੰਦਰ ਵੱਜ ਰਹੇ ਨੇ, ਚੱਲ ਰਹੇ ਨੇ। ਅਸੀਂ ਉਹਨਾਂ ਦੀ ਸੁਣਨ ਦੀ ਅਰੇਂਜ ਵਿੱਚ ਜਾਣਾ ਹੈ। ਹੋਇਆ ਕਿ ਇਨਸਾਨ ਜਿਵੇਂ ਜਿਵੇਂ ਜਵਾਨ ਹੋਇਆ, ਆਪਣੇ ਆਪ ਤੋਂ ਦੂਰ ਹੋਇਆ, ਹੋਰ ਕੁਝ ਨਹੀਂ। ਜਿਵੇਂ ਜਿਵੇਂ ਸੰਸਾਰ ਦਾ ਰੰਗ ਚੜਿਆ, ਉਸ ਆਪਣੇ ਅਸਲੀਅਤ ਤੁਹਾਡੇ ਰੰਗ ਤੋਂ ਦੂਰ ਹੁੰਦਾ ਗਿਆ। ਜਿਵੇਂ ਜਿਵੇਂ ਸੰਸਾਰ ਦੀ ਆਵਾਜ਼ ਸੁਣਨੀ ਜ਼ਿਆਦਾ ਹੁੰਦੀ ਗਈ, ਆਪਣੀ ਇਸ ਅਨਹਦ ਦੀ ਆਵਾਜ਼ ਤੋਂ ਇਨਸਾਨ ਦੂਰ ਹੁੰਦਾ ਗਿਆ। ਜਿਵੇਂ ਜਿਵੇਂ ਸੰਸਾਰ ਦੇ ਰੰਗ ਤਮਾਸ਼ੇ ਦਿਖਣੇ ਸ਼ੁਰੂ ਹੋਏ, ਆਪਣੇ ਰੰਗਾਂ ਤੋਂ ਦੂਰ ਹੁੰਦਾ ਗਿਆ। ਉਹ ਬੰਦ ਨਹੀਂ ਹੋਏ। ਅਕਾਲ ਪੁਰਖ ਸਾਡੇ ਅੰਦਰੋਂ ਕਿਤੇ ਦੂਰ ਨਹੀਂ ਹੋਇਆ। ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦਰੋਂ ਕਿਤੇ ਦੂਰ ਨਹੀਂ ਹੋਇਆ। ਅਸੀਂ ਪਿੱਛੇ ਹਟੇ ਹਾਂ ਜਾਂ ਅਸੀਂ ਅੱਗੇ ਲੰਘ ਗਏ ਹਾਂ, ਵਪਾਰੀ ਬਣ ਗਏ ਹਾਂ, ਸੰਸਾਰੀ ਬਣ ਗਏ ਹਾਂ, ਭੋਗੀ ਬਣ ਗਏ ਹਾਂ। ਅਸੀਂ ਉਸ ਰਾਗ ਤੋਂ, ਅਸੀਂ ਉਸ ਅਨਹਦ ਤੋਂ ਅਸੀਂ ਪਿੱਛੇ ਹਟ ਗਏ ਹਾਂ, ਅਸੀਂ ਦੂਰ ਹੋ ਗਏ ਹਾਂ। ਹੁਣ ਜਿਵੇਂ ਜਿਵੇਂ ਫਿਰ ਅਸੀਂ ਅਭਿਆਸ ਦੇ ਰਸਤੇ ਤੇ, ਗੁਰੂ ਦੇ ਰਸਤੇ ਤੇ ਤੁਰਦੇ ਹਾਂ, ਗੁਰੂ ਮੱਤ ਲੈ ਕੇ, ਮਨ ਮੱਤ ਲੈ ਕੇ ਨਹੀਂ। ਗੁਰੂ ਦੀ ਸੰਗਤੀ ਸਿਰਫ ਗੁਰੂ ਮੱਤ ਨਾਲ ਹੀ ਕੀਤੀ ਜਾ ਸਕਦੀ ਹੈ। ਮਨ ਮੱਤ ਨੂੰ ਛੱਡ ਕੇ ਗੁਰੂ ਦਾ ਪੱਲਾ ਫੜਿਆ ਜਾ ਸਕਦਾ ਹੈ। ਜੇ ਗੁਰੂ ਦੇ ਲੜ ਲੱਗ ਕੇ ਵੀ ਅਜੇ ਤੱਕ ਮਨ ਮੱਤ ਨਹੀਂ ਗਈ, ਮਨ ਦੀਆਂ ਵਿਚਾਰਾਂ ਨਹੀਂ ਗਈਆਂ, ਮਨ ਦੇ ਹੀ ਅਜੇ ਸੁਝਾਵ ਨਹੀਂ ਗਏ, ਅਜੇ ਆਪਣੇ ਮਨ ਦੀਆਂ ਹੀ ਕਹਿੰਦੇ ਕਲਪਨਾਵਾਂ ਨਹੀਂ ਗਈਆਂ, ਤੇ ਇਹ ਨਹੀਂ ਅਸੀਂ ਆਪਣੇ ਆਪ ਨੂੰ ਮੰਨਣਾ ਕਿ ਅਸੀਂ ਗੁਰੂ ਵਾਲੇ ਹੋ ਗਏ ਹਾਂ। ਗੁਰੂ ਉਦੋਂ ਜਦੋਂ ਅਸੀਂ ਗੁਰੂ ਦੇ ਹੁਕਮ ਵਿੱਚ ਆ ਗਏ ਹਾਂ। ਗੁਰੂ ਵਾਲੇ ਉਦੋਂ ਜਦੋਂ ਅਸੀਂ ਆਪਣੀ ਮੈਂ ਨੂੰ ਮਾਰ ਚੁੱਕੇ। ਹੁਣ ਤਾਂ ਅਸੀਂ ਗੁਲਾਮ ਬਣ ਗਏ ਹਾਂ। ਕਿਹਦੇ? ਸੰਸਾਰਕ ਦੇ ਗੁਲਾਮ ਸੀ ਪਹਿਲੋਂ, ਪਰ ਅੱਜ ਬਹੁਤ ਮੱਤ ਵੇਖੀ ਜਾਵੇ, ਅੱਜ ਵੀ ਬਹੁਤ ਦੁਨੀਆ ਗੁਰੂਆਂ ਨੂੰ, ਪੀਰਾਂ ਨੂੰ, ਦਰਾਂ ਨੂੰ, ਥਾਵਾਂ ਨੂੰ ਮੰਨਦੀ ਹੈ।
ਬਹੁਤ ਰੀਤ ਰਿਵਾਜ ਕਰਦੀ ਆ, ਬਹੁਤ ਕਰਮ ਕਾਂਡ ਕਰਦੀ ਆ, ਪਾਠ ਕਰਦੀ ਆ, ਪੂਜਾ ਕਰਦੀ ਆ, ਯਾਤਰਾਵਾਂ ਕਰਦੀ, ਦੀਵੇ ਜਗਾਉਂਦੀ ਆ, ਸੇਵਾ ਕਰਦੀ ਜਾ ਜਾ ਕੇ, ਪਰ ਉਹ ਆਜ਼ਾਦ ਹੋਣ ਲਈ ਨਹੀਂ ਕਰ ਰਹੀ, ਉਲਟਾ ਗੁਲਾਮੀ ਨੂੰ ਮਜ਼ਬੂਤ ਕਰਨ ਲਈ ਮੰਗ ਰਹੀ ਹੈ। ਪਾਠ ਕਰਦਿਆਂ ਸਾਰੀ ਅਰਦਾਸ ਫਿਰ ਗੁਲਾਮੀ ਮੰਗ ਲੈਂਦਾ, ਮਹਾਰਾਜ ਜੀ ਕੰਮ ਧੰਦਿਆਂ 'ਚ ਵਾਧੇ ਪੈਣ, ਬਰਕਤਾਂ ਹੋਣ, ਪਰਿਵਾਰ 'ਚ ਵਾਧਾ ਹੋਵੇ, ਪੁੱਤਰ ਮਿਲੇ, ਪੋਤਰਾ ਮਿਲੇ। ਇਹ ਤਾਂ ਗੁਲਾਮ ਦੀਆਂ ਜੰਜੀਰਾਂ ਨੇ। ਇਹ ਮਾਨਵ ਜੀਵਨ ਮਿਲਿਆ ਕਿਉਂ ਸੀ? ਇਹ ਗੁਲਾਮੀਆਂ ਤੋੜਨ ਵਾਸਤੇ ਗੁਰਬਾਣੀ ਜਾਂ ਗੁਰੂ ਦਾ ਸਹਾਰਾ ਲਿਆ ਕਿਉਂ ਸੀ? ਕਿ ਗੁਲਾਮੀ ਨੂੰ ਮਜ਼ਬੂਤ ਕਰਨ ਲਈ, ਆਪਣੀ ਕੈਦ ਦਾ ਕਿਲਾ ਜਿਹੜਾ ਸੀ ਉਹਨੂੰ ਤੋੜਨ ਲਈ, ਕਿ ਜਾਂ ਉਸ ਦੀਆਂ ਦੀਵਾਰਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ? ਅਸੀਂ ਮਨ ਮਤ ਦੇ ਨਾਲ ਅਸੀਂ ਉਹ ਦੀਵਾਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਗੋਂ ਅਰਦਾਸਾਂ ਕਰਨ ਲੱਗ ਗਏ, ਅਸੀਂ ਦੁਆਵਾਂ ਕਰਨ ਲੱਗ ਪਏ। ਜਿਹੜਾ ਪਰਿਵਾਰ ਛੱਡਣਾ ਸੀ ਉਹਨੂੰ ਅਸੀਂ ਸਗੋਂ ਵਧਾਉਣ ਲੱਗ ਪਏ, ਤੇ ਜਿਹੜਾ ਅਸੀਂ ਕਹਿੰਦੇ ਜਿੱਥੇ ਜਾ ਕੇ ਮਿਲਣਾ ਸੀ, ਵਰਤਣਾ ਸੀ, ਜਿਸ ਵਿੱਚ ਤੋਂ ਅਸੀਂ ਵਿਛੜ ਕੇ ਆਏ ਹੋਏ ਸੀ, ਉਸ ਨੂੰ ਅਸੀਂ ਭੁਲਾਉਣ ਲੱਗ ਪਏ। ਉਲਟਾ ਅਸੀਂ ਉਸ ਨੂੰ ਇਸਤੇਮਾਲ ਕਰਨ ਲੱਗ ਪਏ। ਸੰਸਾਰ ਨੂੰ ਇਸਤੇਮਾਲ ਕਰਨਾ ਸੀ, ਇਸ ਸਰੀਰ ਨੂੰ ਇਸਤੇਮਾਲ ਕਰਨਾ ਸੀ। ਮਨ ਮਤ ਨੇ ਕੀ ਸਿਖਾ ਦਿੱਤਾ? ਅਸੀਂ ਸਰੀਰ ਲਈ ਆਪਣੇ ਆਪ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਸਰੀਰ ਦਾ ਸਮਾਂ ਆਪਦੇ ਲਈ ਰੱਖਣਾ ਸੀ, ਅਸੀਂ ਆਪਣਾ ਸਮਾਂ ਸਰੀਰ ਨੂੰ ਦੇ ਬੈਠੇ। ਫਿਰ ਇਹ ਦੀਵਾਰਾਂ ਇੰਨੀਆਂ ਮਜ਼ਬੂਤ ਹੋ ਗਈਆਂ ਕਿ ਹੁਣ ਇਹਨਾਂ ਵਿੱਚੋਂ ਨਿਕਲਣਾ ਸਾਡੇ ਲਈ ਬੜਾ ਔਖਾ ਹੋਇਆ ਪਿਆ। ਜਿਸ ਦੀ ਇੱਕ ਥੋੜੀ ਸੀ ਬੇਨਤੀ, ਥੋੜੀ ਜਿਹੀ ਅਰਜ਼ ਮੈਂ ਰੱਖਾਂਗਾ ਤੁਹਾਡੇ ਅੱਗੇ, ਕਿ ਇੱਕ ਆਮ ਇਨਸਾਨ, ਸੰਸਾਰੀ ਪੁਰਸ਼ ਜਿਹੜਾ ਹੁੰਦਾ ਹੈ, ਉਹ ਬੜਾ ਇੱਕ ਸਮਾਜ ਵਿੱਚ ਇੱਕ ਸਿੰਪਲ ਜ਼ਿੰਦਗੀ ਜੀ ਰਿਹਾ ਹੁੰਦਾ ਹੈ, ਪਰਿਵਾਰ ਵਿੱਚ ਖੁਸ਼ ਹੁੰਦਾ ਆਪਣੇ ਵਿੱਚ। ਉਸਦੇ ਕੋਲੋਂ ਕੋਈ ਚੱਲਦੇ ਫਿਰਦੇ ਮਜਬੂਰੀ ਵਸ਼ ਕਹਿ ਲਓ ਜਾਂ ਕਹਿ ਲਓ ਲਾਲਚ ਵਸ਼ ਕਹਿ ਲਓ, ਕੋਈ ਗੁਨਾਹ, ਕੋਈ ਗਲਤੀ ਹੋ ਜਾਂਦੀ ਹੈ, ਸਜ਼ਾ ਹੋ ਜਾਂਦੀ ਹੈ, ਜੇਲ੍ਹ ਹੋ ਜਾਂਦੀ ਹੈ। ਜਦੋਂ ਉਹਨੂੰ ਜੇਲ੍ਹ ਹੁੰਦੀ ਤਾਂ ਜੇਲ੍ਹ ਵਿੱਚ ਜਾ ਕੇ ਬੜਾ ਤੜਫਦਾ, ਕਿਉਂਕਿ ਕਦੀ ਇਹ ਮਾਹੌਲ ਨਹੀਂ ਵੇਖਿਆ ਹੁੰਦਾ, ਕਦੀ ਇਹ ਸੋਚਿਆ ਨਹੀਂ ਹੁੰਦਾ। ਉਹ ਬੜੀ ਮਿਹਨਤ ਕਰਦਾ, ਤਰਲੇ ਕਰਦਾ ਆਪਣੇ ਪਰਿਵਾਰ ਦੇ, ਵਕੀਲਾਂ ਦੇ, ਵੀ ਮੈਨੂੰ ਇਸ ਜੇਲ੍ਹ 'ਚੋਂ ਛੁਡਾਓ, ਮੈਨੂੰ ਆਜ਼ਾਦ ਕਰਵਾਓ। ਉਹਨੂੰ ਪਰਿਵਾਰ ਦੀ ਯਾਦ ਆਉਂਦੀ ਹੈ, ਆਪਣੇ ਘਰ ਦੀ ਯਾਦ ਆਉਂਦੀ ਹੈ, ਆਪਣੇ ਮੁਹੱਲੇ ਦੀ ਯਾਦ ਆਉਂਦੀ ਹੈ। ਪਰ ਜੇਲ੍ਹ ਲੰਬੀ ਹੋਈ ਹੁੰਦੀ ਆ, 20 ਸਾਲ ਦੀ ਕਹਿ ਲਓ, ਉਮਰ ਕੈਦ ਕਹਿ ਲਓ, 25 ਸਾਲ ਦੀ। ਆਸਤੇ ਆਸਤੇ ਪਹਿਲੋਂ ਉਹਨੂੰ ਪਰਿਵਾਰ ਮੁਲਾਕਾਤ ਕਰਨ ਆਉਂਦਾ, ਉਹ ਵੀ ਬੜਾ ਤੜਫਦਾ, ਅੱਜ ਐਤਵਾਰ ਮੇਰਾ ਪਰਿਵਾਰ ਮਿਲਣ ਆਊਗਾ, ਕੋਈ ਤਾਂ ਮਿਲਣ ਆਊਗਾ। ਮਿਲਣ ਆਉਂਦੇ ਨੇ, ਸਮੇਂ ਪੈਂਦਾ, ਸਮੇਂ ਪੈਂਦੇ ਪੈਂਦੇ ਕੀ ਹੁੰਦਾ, ਉਹ ਜਿਹੜਾ ਜੇਲ੍ਹ ਵਿੱਚ ਇਨਸਾਨ ਹੁੰਦਾ, ਉਹਦਾ ਹੁਣ ਜੇਲੀਆਂ ਨਾਲ ਦਿਲ ਲੱਗਣਾ ਸ਼ੁਰੂ ਹੋ ਜਾਂਦਾ। ਉਹ ਜੇਲ੍ਹ ਦਾ ਸੱਜੇ ਸੱਜੇ ਆਦੀ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਲ ਲੰਘ ਜਾਂਦਾ ਜਾਂ 2 ਸਾਲ ਲੰਘ ਜਾਂਦੇ ਨੇ, ਉਹਨੂੰ ਆਦਤ ਪੈ ਜਾਂਦੀ ਉਹ ਪੱਥਰਾਂ 'ਤੇ ਸੌਣ ਦੀ, ਉਹ ਲਾਈਨ ਵਿੱਚ ਲੱਗ ਕੇ ਉਹੀ ਰੋਟੀ ਖਾਣ ਦੀ। ਜੇਲ੍ਹ ਦੇ ਯਾਰ ਦੋਸਤ ਬਣ ਜਾਂਦੇ ਨੇ, ਜੇਲ੍ਹ 'ਚ ਮਿੱਤਰ ਬਣ ਜਾਂਦੇ ਨੇ। ਉਹ ਦੁਬਾਰਾ ਚੰਗੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਆਸਤੇ ਆਸਤੇ ਆਪਣੇ ਪਰਿਵਾਰ ਨੂੰ ਉਹ ਭੁਲਾਉਣਾ ਸ਼ੁਰੂ ਕਰ ਦਿੰਦਾ, ਦੂਰ ਹੋਣਾ ਸ਼ੁਰੂ ਕਹਿੰਦਾ। ਉਹ ਕਹਿੰਦਾ ਕੋਈ ਨਹੀਂ, ਤੁਸੀਂ ਹੁਣ 2 ਐਤਵਾਰ ਛੱਡ ਕੇ ਆ ਜਾ ਕਰੋ, ਇੱਥੇ ਆ ਕੇ ਕਰਨਾ ਵੀ ਕੀ ਆ। ਉਹ 2 ਸਾਲ 5 ਸਾਲਾਂ 'ਚ ਤਬਦੀਲ ਹੋ ਜਾਂਦੇ ਨੇ, ਉਹ ਹੋਰ ਪੱਕ ਜਾਂਦਾ ਹੈ। 5 ਸਾਲ 10 ਸਾਲ ਲੰਘ ਜਾਂਦੇ ਨੇ, ਉਹ ਇੰਨਾ ਪੱਕ ਜਾਂਦਾ ਹੈ ਕਿ ਉਹ ਹੁਣ ਉਸ ਨੂੰ ਜੇਲ੍ਹ ਨੂੰ ਹੀ ਆਪਣਾ ਸੰਸਾਰ, ਜੇਲੀਆਂ ਨੂੰ ਹੀ ਆਪਣਾ ਪਰਿਵਾਰ, ਭੈਣ ਭਰਾ ਬਣਾ ਲੈਂਦਾ, ਸਮਝੀ ਜਾਂਦਾ। ਉਹ ਉਨੇ ਕੁ ਏਰੀਏ 'ਚ ਹੁਣ ਬੇਤਹਾਸ਼ਾ ਖੁਸ਼ ਆ। ਉਹ ਭੁੱਲ ਹੀ ਜਾਂਦਾ ਕਿ ਮੈਨੂੰ ਹੁਣ ਕਿੰਨੀ ਕੁ ਜੇਲ੍ਹ ਆ, ਕਿੰਨੀ ਕੁ ਨਹੀਂ ਹੈ। ਮਿਲਾਂ, ਆਜ਼ਾਦ ਹੋਵਾਂ ਵੀ ਨਾ ਹੋਵਾਂ, ਕੋਈ ਫਾਇਦਾ ਨਹੀਂ। ਹੋਇਆ ਕੀ, ਉਹ ਕਿਸੇ ਵੀ ਕਾਰਨ ਵਸ਼ ਜੇਲ੍ਹ ਤਾਂ ਮਿਲੀ। ਉਹ ਪਹਿਲਾਂ ਆਦੀ ਨਹੀਂ ਸੀ ਇਸਦਾ, ਪਹਿਲਾਂ ਪਰਿਵਾਰ ਦਾ ਆਦੀ ਸੀ, ਖੁਸ਼ੀਆਂ ਦਾ ਆਦੀ ਸੀ, ਆਜ਼ਾਦੀ ਦਾ ਆਦੀ ਸੀ। ਨਵੀਂ ਨਵੀਂ ਬਹੁਤ ਤੰਗ ਕੀਤਾ ਜੇਲ੍ਹ ਨੇ, ਪਰ ਆਸਤੇ ਆਸਤੇ ਮਨ ਅਜਿਹਾ ਬਣਾਇਆ ਹੈ ਸਾਡਾ
ਉਹ ਆਦਿਤੀ ਹੋ ਗਿਆ, ਆਜ਼ਾਦੀ ਭੁੱਲ ਗਿਆ, ਹੁਣ ਗੁਲਾਮੀ ਨੂੰ ਹੀ ਸਭ ਕੁਝ ਸਮਝ ਲਿਆ, ਉਸੇ ਕਮਰੇ ਨੂੰ ਹੀ ਸਭ ਕੁਝ ਸਮਝ ਲਿਆ। ਪਰਿਵਾਰ ਤੋਂ ਦੂਰ ਹੁੰਦਾ, ਹੁਣ ਮਿਹਨਤ ਵੀ ਨਹੀਂ ਕਰਦਾ ਕਿ ਮੈਨੂੰ ਆਜ਼ਾਦ ਕਰਾਓ। ਹੁਣ ਕਿਸੇ ਵਕੀਲ ਦੀ ਸਲਾਹ ਨਹੀਂ ਲੈਂਦਾ, ਪਰਿਵਾਰ ਨੂੰ ਵੀ ਨਹੀਂ ਕਹਿੰਦਾ ਕਿ ਮੈਨੂੰ ਆਜ਼ਾਦ ਕਰਾ ਦਿਓ ਭਾਈ। ਹੁਣ ਖੁਸ਼ ਆ, ਕੋਈ ਨਹੀਂ, ਜਦੋਂ ਹੋਵਾਂਗੇ ਵੇਖ ਲਵਾਂਗੇ, ਨਾ ਵੀ ਹੋਵਾਂਗੇ ਤਾਂ ਕੋਈ ਗੱਲ ਨਹੀਂ। ਪਰਿਵਾਰ ਨੂੰ ਵੀ ਉਹੋ ਜਿਹੀ ਆਦਤ ਪੈ ਗਈ, ਉਸ ਨੂੰ ਵੀ ਆਦਤ ਪੈ ਗਈ। ਅਸਲ 'ਚ ਸਾਡੇ ਨਾਲ ਇਹ ਕੁਛ ਹੀ ਹੋਇਆ ਹੈ। ਇਹ ਆਤਮਾ ਉਹ ਜੇਲੀ ਹੈ। ਗੁਨਾਹ ਹੋਏ ਨੇ ਤੇ ਸਰੀਰ ਦੀ ਸਜ਼ਾ ਮਿਲੀ ਹੈ, ਪਾਪ ਹੋਏ ਤੇ ਮਾਨਵ ਜੀਵਨ ਦਾ ਮੌਕਾ ਮਿਲਿਆ, ਜੇਲ੍ਹ ਮਿਲੀ, ਕੈਦ ਮਿਲੀ। ਪਰ ਇਹ ਕੈਦ ਅਜਿਹੀ ਆ ਜਿਹੜੀ ਸਦਾ ਸਦਾ ਲਈ ਅਸੀਂ ਆਜ਼ਾਦ ਹੋ ਸਕਦੇ ਹਾਂ, ਪਰ ਅਸੀਂ ਆਸਤੇ 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 ਇਹਦੇ ਆਦੀ ਬਣ ਗਏ ਹਾਂ। ਅਸੀਂ ਪੱਕ ਗਏ ਹਾਂ। ਹੁਣ ਅਸੀਂ ਜੇਲ੍ਹ ਦੇ ਬਸ ਇਰਦ ਗਿਰਦ ਜੇਲ੍ਹ ਦੀ ਹੀ ਸੋਚਦੇ ਹਾਂ। ਅਸੀਂ ਆਜ਼ਾਦ ਹੋਣ ਦੀ ਸੋਚ ਨੂੰ ਖਤਮ ਕਰ ਚੁੱਕੇ ਹਾਂ। ਇਸ ਵਿੱਚੋਂ ਬਾਹਰ ਜਾਣ ਦੀ ਸੋਚ ਨੂੰ ਅਸੀਂ ਖਤਮ ਕਰ ਚੁੱਕੇ ਹਾਂ, ਮਾਰ ਚੁੱਕੇ ਹਾਂ। ਇਸ ਵਿੱਚੋਂ ਮੈਂ ਆਜ਼ਾਦ ਹੋਣ ਵਾਸਤੇ ਮੈਨੂੰ ਇਹ ਸਜ਼ਾ ਹੋਈ ਹੈ। ਇਹ ਸਰੀਰ ਮਿਲਿਆ ਸੀ, ਮੈਨੂੰ ਮਿਲਿਆ ਤੇ ਮੇਰੇ ਗੁਨਾਹਾਂ ਕਰਕੇ, ਪਾਪਾਂ ਕਰਕੇ ਸੀ, ਪਰ ਨਾਲ ਇੱਕ ਮੌਕਾ ਦਿੱਤਾ ਸੀ ਮਾਲਕ ਨੇ ਕਿ ਤੂੰ ਆਪਣੇ ਕਿਰਦਾਰ ਨਾਲ, ਆਪਣੇ ਕਰਮ ਨਾਲ, ਆਪਣੀ ਭਗਤੀ ਨਾਲ ਤੂੰ ਆਜ਼ਾਦ ਹੋ ਸਕਦਾ ਹੈ। ਪਰ ਮੈਂ ਇਸ ਦਾ ਇੰਨਾ ਕੁ ਜ਼ਿਆਦਾ ਆਦੀ ਹੋ ਗਿਆ ਕਿ ਮੈਂ ਹੁਣ ਆਪਣੇ ਰੱਬ ਨੂੰ, ਆਪਣੇ ਗੁਰੂ ਨੂੰ ਵੀ ਇਸਤੇਮਾਲ ਕਰਨ ਲੱਗਿਆ ਚੱਕਦਾ ਨਹੀਂ। ਸਰੀਰ ਲਈ ਇਸਤੇਮਾਲ ਹੋਣ ਲੱਗ ਪਿਆ। ਮੈਂ ਸਰੀਰ ਨੂੰ ਇਸਤੇਮਾਲ ਕਰਨਾ ਸੀ, ਸੰਸਾਰ ਨੂੰ ਇਸਤੇਮਾਲ ਕਰਨਾ ਸੀ। ਭਗਤੀ ਲਈ ਮੈਂ ਸੰਸਾਰ ਲਈ ਇਸਤੇਮਾਲ ਹੋਣ ਲੱਗ ਪਿਆ, ਕਿਉਂਕਿ ਮੈਂ ਇਸ ਜੇਲ੍ਹ ਦੀ ਮਿਠਾਸ ਵਿੱਚ ਫਸ ਗਿਆ। ਅੱਜ ਮੈਂ ਪਾਠ ਕਰਦਾ, ਝੱਟ ਦਿਨੇ ਅਰਦਾਸ ਕਰ ਦਿੰਦਾ, ਮੰਗ ਲੈਣਾ, ਮੰਗਤਾ ਬਣਿਆ ਹੋਇਆ। ਗੁਰੂ ਨੇ ਤਾਂ ਮੰਗਤਾ ਬਣਾਇਆ ਨਹੀਂ ਸੀ। ਗੁਰੂ ਦਾ ਲੜ ਕਿਉਂ ਫੜਿਆ ਸੀ? ਮੈਂ ਤਾਂ ਸ਼ਹਿਨਸ਼ਾਹ ਬਣਨਾ ਹੈ। ਤੁਰ ਦਰਗਾਹ ਦਾ, ਉਸ ਮਾਲਕ ਦੀ ਚਰਨਾਂ ਦੇ ਵਿੱਚ ਉਸ ਮਹਿਲ ਦਾ ਸ਼ਹਿਨਸ਼ਾਹ ਬਣਨਾ, ਗੁਰੂ ਦੇ ਰਾਹ ਤੇ ਚੱਲ ਕੇ। ਮੈਂ ਗੁਰੂ ਸੰਗਤੀ ਕੀਤੀ ਬਹੁਤ, ਪਰ ਮਨ ਮਤ ਨਹੀਂ ਛੱਡ ਪਾਇਆ। ਤੇ ਜਿੰਨਾ ਚਿਰ ਅੰਦਰ ਮਨ ਮਤ ਆ, ਜਿਸਨੂੰ ਇੱਕ ਸਿਆਣੇ ਕਹਿੰਦੇ ਨੇ, ਇੱਕ ਮਿਆਨ ਵਿੱਚ ਦੋ ਕਿਰਪਾਨਾਂ ਨਹੀਂ ਟਿਕਦੀਆਂ। ਹੁਣ ਮਨ ਮਤ ਛੱਡੇ ਤੇ ਗੁਰੂ ਮਤ ਆਵੇ। ਮਨ ਮਤ ਦਾ ਤਿਆਗ ਨਹੀਂ ਕੀਤਾ। ਗੁਰੂ ਦੀ ਸੰਗਤੀ ਬਹੁਤ ਕੀਤੀ, ਮੈਂ ਸੇਵਾ ਕੀਤੀ, ਗੁਰਦੁਆਰਿਆਂ 'ਚ ਜਾ ਕੇ, ਤੀਰਥ ਸਥਾਨਾਂ ਤੇ ਜਾ ਕੇ, ਸਾਧੂ ਸੰਤਾਂ ਕੋਲੇ ਜਾ ਕੇ। ਪਰ ਮੈਂ ਜੇਲ੍ਹ ਨੂੰ ਮਜ਼ਬੂਤ ਕਰਨ ਲਈ ਹੀ ਵਰਤ ਰੱਖੇ, ਮੇਰੇ ਪੋਤਰਾ ਹੋਵੇ, ਮੇਰੇ ਪੁੱਤਰ ਹੋਵੇ, ਮੇਰੇ ਕੰਮ ਚੰਗੇ ਹੋਣ, ਧੰਦੇ ਚਮਕਣ, ਮੇਰਾ ਘਰ ਬਣ ਜੇ। ਅਖੰਡ ਪਾਠ ਵੀ ਕਰਵਾਏ, ਸਮਾਗਮ ਵੀ ਕਰਵਾਏ, ਕੀਰਤਨ ਵੀ ਕਰਵਾਏ, ਜਪ ਤਪ ਵੀ ਕਰਵਾਏ, ਯਾਤਰਾਵਾਂ ਵੀ ਕਰਵਾਈਆਂ, ਦਾਨ ਵੀ ਕੀਤੇ। ਆਜ਼ਾਦ ਹੋਣ ਲਈ ਨਹੀਂ ਕਿ ਮਾਲਕਾ ਮੈਨੂੰ ਆਜ਼ਾਦੀ ਦਾ ਰਾਹ ਦੇ। ਇਹ ਮੇਰੇ ਵਾਹਿਗੁਰੂ, ਮੇਰੇ ਸੱਚੇ ਪਾਤਸ਼ਾਹ, ਮੈਨੂੰ ਆਜ਼ਾਦੀ ਦਾ ਰਾਹ ਦੇ। ਮੈਂ ਇਸ ਕਿਲੇ ਦੀ ਕੰਧ ਨੂੰ ਢਾਹ ਸਕਾਂ, ਕੋਈ ਦਰਵਾਜ਼ਾ ਖੁੱਲ੍ਹੇ, ਮੈਨੂੰ ਕੋਈ ਰੋਸ਼ਨੀ ਦੀ ਰਾਹ ਦਿਖੇ, ਤਾਂ ਜੋ ਉਸ ਰੋਸ਼ਨੀ ਦੇ ਮੋਰੇ ਨੂੰ ਮੈਂ ਹੋਰ ਖੁੱਲ੍ਹਾ ਕਰਕੇ ਤੁੱਡ ਸਕਾਂ। ਮੈਂ ਤਾਂ ਮੂਰਖ ਮਨ ਮਤ ਇਸ ਨੂੰ ਹੋਰ ਮਜ਼ਬੂਤ ਕਰਨ ਲੱਗ ਪਿਆ। ਆਪਣੇ ਕਿਲੇ ਨੂੰ ਮਜ਼ਬੂਤ ਕਰ ਕਰਕੇ ਇੰਨਾ ਮਜ਼ਬੂਤ ਕਰ ਲਿਆ ਕਿ ਅੱਜ ਮੈਨੂੰ ਉਸ ਮਾਲਕ ਦੀ ਆਵਾਜ਼ ਹੀ ਨਹੀਂ ਸੁਣ ਰਹੀ। ਗੁਰਬਾਣੀ ਬਹੁਤ ਪੜ੍ਹਦਾ, ਪਰ ਆਵਾਜ਼ਾਂ ਇੱਕੋ ਹੀ ਸੁਣਦੀਆਂ ਨੇ ਕੰਨ ਵਿੱਚ, ਮਾਇਆ, ਪਰਿਵਾਰ, ਸੰਸਾਰ, ਯਸ਼, ਮਾਨ, ਪ੍ਰਧਾਨ। ਅਨਹਦ ਕਿੱਥੋਂ ਸੁਣੇ? ਪਾਠ ਕਰਦਿਆਂ ਵੀ ਆਵਾਜ਼ਾਂ ਬਾਹਰ ਦੀਆਂ, ਗੁਰਬਾਣੀ ਪੜ੍ਹਦਿਆਂ ਵੀ ਆਵਾਜ਼ਾਂ ਬਾਹਰ ਦੀਆਂ, ਕੀਰਤਨ ਵਿੱਚ ਬੈਠਿਆਂ ਵੀ ਆਵਾਜ਼ਾਂ ਬਾਹਰ ਦੀਆਂ, ਸਮਾਗਮ ਕਰਦਿਆਂ ਵੀ ਆਵਾਜ਼ਾਂ ਬਾਹਰ ਦੀਆਂ, ਸਾਧੂ ਸੰਤਾਂ ਦੀ ਸੰਗਤ ਕਰਦੇ ਆਵਾਜ਼ਾਂ ਬਾਹਰ ਦੀਆਂ। ਔਰ ਬਹੁਤ ਸਾਰੇ ਸਾਧੂ ਸੰਤ ਵੀ ਇਹੀ, ਉਹ ਵੀ ਆਵਾਜ਼ਾਂ ਬਾਹਰ ਦੀਆਂ। ਕੀ ਸਿਖਾਇਆ ਜਾਂਦਾ? ਪਾਠ ਕਰੋ, ਤੁਹਾਡੇ ਫਲਾਣੇ ਕੰਮ ਹੋ ਜਾਣਗੇ। ਜਿਹੜੇ ਕੰਮਾਂ ਵਾਸਤੇ ਗੁਰਬਾਣੀ ਮਿਲੀ, ਉਹ ਤਾਂ ਭੁਲਾ ਹੀ ਦਿੱਤਾ ਸਾਨੂੰ। ਜਿਹੜੇ ਕੰਮਾਂ ਵਾਸਤੇ ਗੁਰੂ ਦਾ ਲੜ ਫੜਿਆ ਸੀ, ਉਹ ਤਾਂ ਭੁਲਾ ਹੀ ਦਿੱਤਾ, ਸਾਡੇ ਤੋਂ ਦੂਰ ਹੀ ਕਰ ਲਿਆ। ਗੁਰਬਾਣੀ ਤਾਂ ਤੁਰਦੀ ਆ, ਤੇ ਧੁਰ ਦਾ ਰਾਹ ਵਿਖਾਉਂਦੀ, ਤੇ ਧੁਰ ਤੇ ਜਾਣ ਵਾਸਤੇ ਇਹਦਾ ਲੜ ਫੜਿਆ ਸੀ। ਕਿਉਂ ਬਣਾਇਆ ਸੀ ਗੁਰੂ? ਧਾਰਨਾ ਕਿਉਂ ਕੀਤੀ ਸੀ? ਮੈਂ ਇੱਕ ਸਿੱਖ ਬਣਨਾ ਹੈ ਜੀ। ਮੈਂ ਭਿਖਾਰੀ ਨਹੀਂ ਬਣਨਾ ਜਿਹੜਾ ਮੰਗਦਾ ਫਿਰਦਾ ਹੈ।
मैं संसारी नहीं बनना, मैं सिख बनना जिहड़ा गुरु दे गल लगन दा उस अकाल दे दिदारे दे काबिल बने। जिहड़ा मैं वो सिख बनना जिहड़ा अंदरों पूर्ण सिक्ख्या जी दे पल्ले पै जे। ये गुरबाणी दा किनका किनका जी दे अंदर रोम रोम विच आ जे, अंदर दी जोत जी दी भांबड़ बन जाए। मैं वो सिख बनना है जिहड़ा जदों चाहे अपने मालक नूं वेख सके, मालक दे रूबरू होण वाला सिख बनना। ये सी गुरु दे लड़ लगन दा करम। असी समागम कराउण नूं सेवा समझ लिया, भगती समझ लिया। असी घरे कीर्तन करवाउण नूं भगती समझ लिया। असी अखंड पाठ कराउण नूं भगती समझ लिया। गुरुद्वारियां नूं दान करन नूं भगती समझ लिया। यात्रावां करन नूं भगती समझ लिया। ककार पाउण नूं ही असी सिख समझ लिया कि हुण मैं सिख बन गया। सिख ककार धारी नहीं, किरदार धारी, गुरबाणी धारी। जदों गुरबाणी धारना बन गई, किरदार गुरबानी बन गया, गुरु किरदार बन गया, फिर सिक्खी अंदरों आनी है। क्योंकि सिक्खी सिक्ख्या दा आधार है। सिखांगे तो सिक्खी आवेगी, पढ़िया तो नहीं सिक्खी आनी। गुरबाणी नूं विचारांगे, विचार नूं किरदार बनावांगे, किरदार विचों फिर विचार पैदा होवेगी। अपने अभ्यास दी, अपने अनुभव दी, वो सिक्खी दी खुशबू है। केसां दा नां नहीं सिक्खी समझ लेना, ककारां दा नां ना सिक्खी समझ लेना। गुरबाणी पढ़ना है ना सिक्खी समझ लेना। मैनू पाठ बड़े मूँह जबानी याद ने। किरदार किन्ना गुरबाणी वाला है, किन्नी तेरे अंदर मन मत अजे बाकी आ, तो किन्ना तेरे अंदर गुरु मत दा तेरे अंदर विस्तार हो चुका है। किन्ना संसारी मोह बाकी आ, तो किन्ना टुट चुका है। किन्नी तेरी मालिक दे प्रति तेरी जिहड़ी भावना जागरूक हो चुकी आ कि अजे मालिक नूं मन्नण विच ही लगा होया है। सिख तां रूह ने बनना है, जोत ने बनना है। जात मैं जोत, जोत मैं जाता। जोत दा नां सिख है, ते जोत जाते तकर जानी है। मैं बाहर दियां आवाज़ां नहीं सुनिया छड्डियां, ते मैं पंज राग अनहद दे कित्थों सुन लैंदा। कदी मैं कागर चित होया ही नहीं। कदी गुरबाणी नूं मैं गुरु दी मत नाल पढ़िया, सुनिया, विचारिया ही नहीं। मैं तो एक ड्यूटी बनाई हुई है कि सवेरे 5 बाणियां पढ़नियां ते पढ़नियां, रात नूं रह रस करनी। सुखमनी साहिब विचों समय लगू मैं करूँ। मैं तो कदी भुख ला के पढ़ी नहीं। तो फिर इसका एक विचार होर पैदा होंदा, जे पढ़ी जाने किरदार कदों करांगे इसनूं। बजुर्ग कई मिलते ने, बहुत पाठ कीता जी, नज़र आई बाणी, परतख गुरु निस्तारे। गुरबाणी कहे सेवक जन माने, तां परतख कि गुरु दा दर्शन कर लिया। अपनी आत्मा अपनी जोत दे दिदारे कर ले, उस जाता दा राह लभ गया, जां जोत नूं जाता विच लीन कर लिया। गल्ली जोग ना होए। लोगों ने राम खिलौना जाना। रब नूं खिलौना बनाया, असीं गल्लां विचों जोग लभदे हां। जोग दा धुर अंदर आ साडे, ते अंदरों लभना। अंदर दे जोग नाल जोगी बनिया जाना है। अंदर दी संति नाल संत बनिया जाना है। अंदर दी सिक्ख्या नाल ही सिख बनिया जाना है। अंदर दे खालस शुद्धिपन नाल ही खालसा बनिया जाना है। बाहर तो इसकी कोई विचार नहीं। किवें मैनूं अनहद दे शब्द सुनन, किवें मैं अनहद दी धुन तक पहुंचा, किवें मैं गुरु अमरदास महाराज दे सुनेहे नूं सच करके वेखां। मैं तो मन्नी जाना, मनना नहीं। मनना मूर्खता है। वेख के मनना सिख दा काम है, पूजना सिखी नहीं। ईश्वर नूं जानना, उस वाहिगुरू नूं जानना, ते दूसरा पहचानना।
ਗੁਰਬਾਣੀ ਇਹ ਦੋਵੇਂ ਕੰਮ ਕਰਵਾ ਰਹੀ ਹੈ। ਜਾਣੋ, ਗੁਰਬਾਣੀ ਜਾਣਨ ਦਾ ਰਾਹ ਰੱਖ ਰਹੀ। ਈਸ਼ਵਰ ਨੂੰ ਜਾਣੋ, ਈਸ਼ਵਰ ਨੂੰ ਮੰਨੋ ਨਾ। ਅਭਿਆਸ ਜਿਹੜਾ ਕਿਰਦਾਰ ਹੈ, ਇਹ ਈਸ਼ਵਰ ਨੂੰ ਪਹਿਚਾਨਣ ਵਿੱਚ ਮਦਦ ਕਰਦਾ ਹੈ। ਅਸੀਂ ਵਿਚਾਰਾਂ ਵਿੱਚ ਸੀਮਤ ਰਹਿ ਗਏ, ਅਸੀਂ ਤਾਂ ਅੱਖਰਾਂ ਵਿੱਚ ਸੀਮਤ ਰਹਿ ਗਏ। ਕਿਤੇ ਸਿਹਾਰੀ ਬਿਹਾਰੀ ਵੀ ਸਾਡੀ ਉਲਟ ਪੁਲਟ ਹੋ ਜਾਏ ਨਾ, ਅਸੀਂ ਉੱਥੇ ਅੜ ਜਾਂਦੇ ਹਾਂ। ਇਹਨੂੰ ਤਾਂ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ। ਗੁਰਬਾਣੀ ਦਾ ਤਾਂ ਵਿਚਾਰ ਹੈ। ਤੁਸੀਂ ਤਾਂ ਅੱਖਰਾਂ ਦੇ ਸਪੈਲਿੰਗਾਂ 'ਚ ਫਸੇ ਹੋਏ ਹੋ। ਕਈ ਵਾਰੀ ਸੁਣੀਦਾ ਮੂਲ ਮੰਤਰ 'ਚ ਉਲਝੀ ਜਾਂਦੇ ਆ। ਨਹੀਂ ਜੀ, ਨਾਨਕ ਹੋਸੀ ਵੀ ਸੱਚ ਤੱਕ ਹੈ, ਸਹਿਬੰਗ ਤੱਕ। 2 ਅੱਖਰ ਵੱਧ ਪੜ੍ਹੇ, 2 ਅੱਖਰ ਘੱਟ ਪੜ੍ਹੇ, ਪਰ ਪੜ੍ਹੇ ਕਿੱਥੋਂ ਹੈ? ਚਾਹ ਤੋਂ। ਚਾਹ ਤੋਂ ਪੜ੍ਹੇ ਆ, ਭੁੱਖ ਤੋਂ ਪੜ੍ਹੇ ਆ, ਕਿਰਦਾਰ ਬਣਾਉਣ ਵਾਸਤੇ ਪੜ੍ਹੇ ਆ। ਮੈਂ ਵਿਚਾਰਾਂ 'ਚ ਨਹੀਂ ਉਲਝਣ ਵਾਸਤੇ ਪੜ੍ਹੇ। ਵਿਚਾਰ ਮੈਂ ਸੰਸਾਰ ਨਾਲ ਥੋੜ੍ਹੀ ਕਰਨੀ, ਵਿਚਾਰ ਤਾਂ ਮੈਂ ਆਪਣੇ ਆਪ ਨਾਲ ਕਰਨੀ, ਆਪਣੀ ਪੜ੍ਹੀ ਹੋਈ ਬਾਣੀ। ਫਿਰ ਉਸਨੂੰ ਕਿਰਦਾਰ ਬਣਾਉਣਾ ਮੈਂ। ਕਿਵੇਂ ਮੈਂ ਫਿਰ ਅਨਹਦ ਤੱਕ ਪਹੁੰਚ ਜਾਂਦਾ? ਮੈਂ ਨਾਹਦ ਵਿੱਚ ਹੀ ਰਹਿਣਾ ਸੀ, ਮੈਂ ਬਾਹਰਲੇ ਕੀਰਤਨਾਂ 'ਚ ਹੀ ਰਹਿਣਾ ਸੀ, ਕਿਉਂਕਿ ਮੈਨੂੰ ਚਾਹ ਨਹੀਂ ਜਾਗੀ। ਐਸੀ ਸੰਗਤ ਨਹੀਂ ਮੈਨੂੰ ਮਿਲੀ ਜਿਸ ਤੇ ਬਹਿ ਕੇ ਮੈਂ ਈਸ਼ਵਰ ਦੀ, ਵਾਹਿਗੁਰੂ ਦੀ, ਉਸ ਮੌਲਾ ਦੀ ਪ੍ਰਸ਼ੰਸਾ ਸਮਝ ਸਕਾਂ, ਸੁਣ ਸਕਾਂ ਤੇ ਕਰ ਸਕਾਂ। ਜਿੱਥੇ ਗੁਰਬਾਣੀ ਦਾ ਸਹੀ ਵਿਆਖਿਆ ਹੋ ਜਾਏ, ਜਿੱਥੇ ਗੁਰਬਾਣੀ ਦਾ ਸਹੀ ਮਾਰਗ ਮੈਨੂੰ ਦਰਸਾਇਆ ਜਾਵੇ। ਗੁਰਬਾਣੀ ਦਾ ਹੁਕਮ ਕੀ ਹੈ? ਮੈਨੂੰ ਲਾ ਕਿੱਥੇ ਦਿੱਤਾ ਗਿਆ? ਕੀਰਤਨ ਕਰਨੇ ਨੇ, ਨਗਰ ਕੀਰਤਨ ਕਰਨੇ ਨੇ, ਭੰਡਾਰੇ ਕਰਨੇ ਨੇ, ਲੰਗਰ ਕਰਨੇ ਨੇ, ਗੱਤਕੇ ਖੇਲਣੇ ਆ। ਇਹ ਧਰਮ ਹੋ ਸਕਦਾ, ਧਾਰਮਿਕਤਾ ਨਹੀਂ। ਮਾਲਕ ਨੂੰ ਪਾਉਣ ਲਈ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਕਿਰਦਾਰ ਜ਼ਰੂਰੀ ਆ। ਉੱਥੇ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਨੇ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਇਹ ਸਰੀਰ। ਜਿਹੜੇ ਮਹਿਲ ਨੇ ਇਹ ਸਰੀਰ ਦਾ ਘਰ ਹੋ ਸਕਦੇ ਨੇ। ਤਾਂ ਜਦੋਂ ਸਰੀਰ ਹੀ ਨਹੀਂ ਰਹਿਣਾ ਤਾਂ ਸਰੀਰ ਦੇ ਘਰਾਂ ਤੋਂ ਕੀ ਲੈਣਾ? ਆਤਮਾ ਨੂੰ ਕਰ ਦਿੱਤਾ ਮਾਲਕ ਨੇ ਪੰਜ ਤੱਤੀ ਸਰੀਰ। ਇਸ 5 ਤੱਤਾਂ ਦੇ ਸਰੀਰ ਵਿੱਚ 5 ਸ਼ਬਦ ਵੱਜ ਰਹੇ ਨੇ। ਬੁੱਧ ਚੋਂ, ਦੂਸਰਾ ਮਨ ਚੋਂ, ਤੀਸਰਾ ਮਤ ਚੋਂ, ਚੌਥਾ ਸੁਰਤੀ ਚੋਂ, 5ਵਾਂ ਧੁਰ ਦੇ ਸ਼ਬਦ ਵਿੱਚੋਂ, ਜਿਸ ਨੂੰ ਅਸੀਂ ਸ਼ਬਦ ਗੁਰੂ ਕਹਿੰਦੇ। ਧੁਰ ਦੇ ਰਾਗ ਦੀ ਗੱਲ ਕਰਦੇ ਆ। ਅਸੀਂ ਕਿੰਨਵੇਂ ਤੱਕ ਪਹੁੰਚੇ ਆ? ਇਹਦੇ ਵਿੱਚ ਅਭਿਆਸੀ ਪੁਰਸ਼ਾਂ ਨੂੰ ਸਮਝ ਆਵੇ ਕਿ ਜਦੋਂ ਕਿ ਅਭਿਆਸੀ ਪੁਰਸ਼ ਕਿਸੇ ਅਭਿਆਸੀ ਪੁਰਸ਼ ਨੂੰ ਮਿਲਦਾ ਹੈ ਨਾ, ਇਹ ਸਵਾਲ ਕਰਦਾ ਕਿ ਭਾਈ ਸਾਹਿਬ ਕਿਹੜੇ ਸ਼ਬਦ ਤੇ ਹੋ? ਪਹਿਲੇ ਤੇ, ਦੂਸਰੇ ਤੇ, ਤੀਸਰੇ ਤੇ, ਚੌਥੇ ਤੇ ਕਿ 5ਵੇਂ ਤੇ ਹੋ? ਉਹ 5 ਕਕਾਰ ਨਹੀਂ ਵਹਾਉਂਦੇ। ਵੇਖੋ ਜੀ ਸਾਡਾ ਸ੍ਰੀ ਸਾਹਿਬ ਕਿੱਡਾ ਵੱਡਾ। ਉਹ ਕਹਿੰਦਾ ਮੇਰੇ ਕੋਲ ਗਿਆਨ ਦੀ ਕਿਰਪਾਨ ਆ ਗਈ। ਹੁਣ ਮੇਰੇ ਕਿਰਦਾਰ ਨੇ ਇੱਕ ਸ੍ਰੀ ਸਾਹਿਬ ਅਪਣਾ ਲਿਆ ਏ। ਮੈਨੂੰ ਹੁਣ ਪਾਉਣ ਦੀ ਲੋੜ ਨਹੀਂ ਰਹੀ। ਮੈਨੂੰ ਕੜਾ ਪਾਉਣ ਦੀ ਲੋੜ ਨਹੀਂ। ਮੈਂ ਕੜਾ ਅਪਣਾ ਲਿਆ ਆ। ਮੇਰੇ ਕਿਰਦਾਰ ਵਿੱਚ ਕੜਾ, ਮੇਰੇ ਵਿਚਾਰ ਵਿੱਚ ਕੜਾ ਏ। ਕਸ਼ਹਿਰਾ ਮੇਰੇ ਵਿਚਾਰ ਵਿੱਚ ਆ, ਮੇਰੇ ਕਿਰਦਾਰ ਵਿੱਚ ਆ। ਇਹ ਨਹੀਂ ਕਿ ਮੈਂ ਕਸ਼ਹਿਰਾ ਪਾ ਕੇ ਵੀ ਕਾਮੁਕ ਹਾਂ ਤੇ ਮੈਂ ਕੜਾ, ਉਹ ਹੱਥ 'ਚ ਕੜਾ ਪਾ ਕੇ ਵੀ ਮੀਟ ਸ਼ਰਾਬ ਪਰਾਇਆ ਤਨ ਛੂੰਹਦਾ। ਸ੍ਰੀ ਸਾਹਿਬ ਪਾ ਕੇ ਵੀ ਮੈਂ ਮਾਇਆ ਦਾ ਪੁਜਾਰੀ ਹਾਂ, ਪ੍ਰਧਾਨਗੀਆਂ ਦੀ ਲਾਲਸਾ ਆ। ਕੜਾ ਹੱਥ ਨਾ ਪਰਾਏ ਤਨ ਵੱਲ ਵਧੇ, ਨਾ ਪਰਾਏ ਧਨ ਵੱਲ ਵਧੇ, ਨਾ ਮੀਟ ਸ਼ਰਾਬ ਵੱਲ ਵਧੇ, ਨਾ ਮਾਸ ਮਦਰਾ ਵੱਲ ਵਧੇ। ਕਸ਼ਹਿਰਾ ਜੱਤ ਸੱਤ। ਆਪਣੇ ਪਰਿਵਾਰਕ ਮੈਂਬਰ ਨਾਲ ਵੀ, ਜਿਸ ਨਾਲ ਕਹਿੰਦੇ ਸਾਡੀ ਵਿਆਹ ਸ਼ਾਦੀ, ਉੱਥੇ ਵੀ ਸੀਮਤ ਹੋ ਜਾਂਦਾ ਹੈ ਬੰਦਾ। ਸ੍ਰੀ ਸਾਹਿਬ ਬੁਰੇ ਵਿਚਾਰਾਂ ਤੇ ਕਾਬੂ ਪਾਉਣਾ ਹੈ, ਕਿਉਂਕਿ ਇਹ ਕਕਾਰ ਜਿਹੜੇ ਨੇ ਆਤਮਾ ਤੇ ਪਾਉਣੇ ਆ, ਸਰੀਰ ਤੇ ਨਹੀਂ। ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਨੇ ਜਨੇਊ ਦੀ ਪਰਿਭਾਸ਼ਾ 'ਚ ਸਾਰਾ ਸਿਖਾਇਆ। ਪਾਂਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ 7 ਵੱਟ। ਇਸ ਕਿਰਪਾਨ ਵਿੱਚ ਦਇਆ ਚਾਹੀਦੀ ਆ, ਸੰਤੋਖ ਚਾਹੀਦਾ, ਜਤ ਤੇ ਸੱਤ ਚਾਹੀਦਾ। ਫਿਰ ਕਕਾਰਧਾਰੀ ਬਣੇ ਆ।
ਨਹੀਂ ਤੇ ਕਿਰਪਾਨ ਅੱਜ ਵੇਖੋ ਕਿੰਨੀ ਬੇਅਦਬੀ ਕਰ ਰਹੇ ਹਾਂ ਅਸੀਂ। ਕਿਆ ਇਹਨਾਂ ਨੂੰ ਅਸੀਂ ਕਹਿੰਦੇ ਗੁਰੂ ਦੀਆਂ ਨਿਸ਼ਾਨੀਆਂ ਨੇ, ਤੇ ਅਸੀਂ ਗੁਰੂ ਦੀ ਹੀ ਬੇਇੱਜ਼ਤੀ ਕਰਨ 'ਚ ਤੁਲੇ। ਇਹੀ ਕਕਾਰਤਾਰੀ ਸ਼ਰਾਬ ਲੈਂਦੇ ਖਰੀਦਦੇ ਪੀਂਦੇ ਵੇਖੇ ਜਾਂਦੇ ਨੇ, ਨਸ਼ੇ ਕਰਦੇ ਵੇਖੇ ਜਾਂਦੇ ਨੇ, ਇੱਕ ਦੂਸਰੇ ਦੀਆਂ ਪੱਗਾਂ ਲਾਉਂਦੇ ਵੇਖੇ ਜਾਂਦੇ ਨੇ, ਕਿਉਂਕਿ ਧੁਰ ਦਾ ਅੰਮ੍ਰਿਤ ਨਹੀਂ ਨਾ ਅਜੇ ਪੀਆ, ਮਨ 'ਚ ਨਹੀਂ ਵਸੀ ਗੁਰਬਾਣੀ। ਗੁਰਬਾਣੀ ਨੂੰ ਗੁਰੂ ਮੈਂ ਬਣਾਇਆ ਹੀ ਨਹੀਂ, ਕਿਉਂਕਿ ਗੁਰੂ ਤਾਂ ਮੈਂ ਬਣਾਉਣਾ ਸੀ, ਸਰੀਰ ਨੇ ਨਹੀਂ। ਗੁਰੂ ਤਾਂ ਮੈਨੂੰ ਚਾਹੀਦਾ ਸੀ, ਮੈਂ ਬਣਨਾ ਸੀ ਸਿੱਖ, ਸਰੀਰ ਨੇ ਤਾਂ ਸਿੱਖ ਬਣਨਾ ਹੀ ਨਹੀਂ। ਇਹ ਤਾਂ ਮਿੱਟੀ ਆ। ਸਿੱਖ ਕੋਈ ਧਰਮ ਨਹੀਂ, ਸਿੱਖ ਕੋਈ ਮਜ਼ਹਬ ਨਹੀਂ, ਸਿੱਖ ਜਿਸਨੂੰ ਸਿੱਖਣਾ ਆ ਗਿਆ। ਉਹ ਜਿਹੜਾ ਸਿੱਖ ਕੇ ਸਿੱਖ ਬਣ ਗਿਆ, ਉਸੇ ਸਿੱਖ ਨੇ ਖਾਲਸ ਬਣਨਾ ਹੈ। ਸਿੱਖ ਦੀ ਪਰਿਭਾਸ਼ਾ, ਖਾਲਸੇ ਦੀ ਪਰਿਭਾਸ਼ਾ, ਅਗਰ ਆਨੰਦ ਦੀ ਪਰਿਭਾਸ਼ਾ ਕਰਾਂਗੇ, ਨਹੀਂ ਮੁੱਕਣੀ ਬੱਚਿਓ। ਇਹ ਗੁਰੂ ਪਿਆਰੇ ਮੁੱਕਣੀ ਨਹੀਂ ਵਿਚਾਰ। ਪੰਜ ਸ਼ਬਦ ਵਾਜੇ, ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਮਹਾਰਾਜ ਜੀ ਕਹਿੰਦੇ ਆ ਤਨ ਸੁਭਾਗਾਂ ਵਾਲਾ ਹੈ, ਰੂਹ ਦਾ ਘਰ ਉਹ ਸੁਭਾਗਾਂ ਵਾਲਾ ਹੈ, ਜਿਸ ਅੰਦਰ ਧੁਰ ਦੀ ਲਿਵ ਲੱਗੀ ਆ ਤੇ ਜਿਸ ਦੇ ਧੁਰ ਦੇ ਰਾਗ ਵੱਜ ਰਹੇ ਨੇ, ਜਿਸ ਦੇ ਅੰਦਰ ਪਰੀਆਂ ਗਾ ਰਹੀਆਂ ਨੇ, ਅਨਹਦ ਦੇ ਰਾਗ ਵੱਜ ਰਹੇ ਨੇ, ਜਿਸ ਤੇ ਹੁਣ ਇੰਦਰੀਆਂ ਸੁਣ ਨੇ। ਨਾ ਹੁਣ ਮੇਰੇ ਅੱਗੇ ਕੋਈ ਵੇਦ ਖੁੱਲਾ, ਨਾ ਗ੍ਰੰਥ ਖੁੱਲਾ, ਨਾ ਕੋਈ ਤੀਰਥ ਸਥਾਨ ਤੇ ਜਾਣਾ। ਜਿੱਥੇ ਬਹਿਣਾ ਮੈਂ ਹੁਣ ਧੁਰ ਦੀ ਬਾਣੀ ਨੂੰ ਅਨਹਦ ਰਾਗ ਵਿੱਚ, ਅਨਹਦ ਧੁਨ ਵਿੱਚ ਸੁਣ ਰਿਹਾ ਹਾਂ। ਮਾਲਕ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ, ਉਹ ਕਹਿੰਦੇ ਸੁਭਾਗਾ ਘਰ ਹੈ। ਨਾਨਕ ਪਾਤਸ਼ਾਹ ਕਹਿੰਦੇ ਸੁਭਾਗ ਹੈ, ਵੱਡੇ ਭਾਗ ਨੇ, ਜਿਸ ਘਰ ਵਿੱਚ ਬੈਠ ਕੇ ਆਤਮਾ ਵਕਾਰਾਂ ਦਾ ਨਹੀਂ, ਸੰਸਾਰ ਦਾ ਨਹੀਂ, ਧੁਰ ਦੇ ਰਾਗ ਦਾ ਆਨੰਦ ਮਾਣ ਰਹੀ ਹੈ, ਧੁਰ ਦੀ ਅਨਹਦ ਦਾ ਆਨੰਦ ਮਾਣ ਰਹੀ। ਉਹ ਕਹਿੰਦੇ ਘਰ ਸੁਭਾਗਾ ਹੈ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿੱਤ ਕਰ ਤਾਰੀਆ। ਮਾਲਕ ਦੀ ਕਹਿੰਦੇ ਹੁਣ ਜਿਹੜੀ ਕਲਾ ਹੈ ਉਹ ਅੰਦਰ ਖੇਲਦੀ ਪਈ ਆ। ਮੇਰੇ ਸਰੀਰ ਨੇ ਉਹ ਕਲਾ ਧਾਰੀ ਆ, ਹੁਣ ਉਹਦੀ ਵਿਚਾਰ ਕਰਦਾ। ਈਸ਼ਵਰ ਦੀ ਕਲਾ ਦੀ, ਮਾਲਕ ਦੀ ਕਲਾ ਦੀ, ਵਾਹਿਗੁਰੂ ਦੀ ਕਲਾ ਦੀ ਹੁਣ ਵਿਚਾਰ ਜਾਂ ਧਾਰਨਾ ਹੁੰਦੀ ਪਈ ਹੈ। ਪਹਿਲਾਂ ਤਾਂ ਸੁਣਦਾ ਸੀ ਕਿ ਮੈਂ ਮਾਲਕ ਅੰਦਰ ਹੈ, ਮੈਂ ਹੁਣ ਮਹਿਸੂਸ ਕਰਦਾ ਹਾਂ, ਮੈਂ ਉਹਨਾਂ ਨੂੰ ਜਾਣਨ ਲੱਗ ਪਿਆ। ਹੁਣ ਜਿਸ ਤਰ੍ਹਾਂ ਫੁੱਲ ਦੇ ਬਾਗ ਵਿੱਚ ਬਾਗਾਂ ਕੋਲੇ ਜਾਈਏ ਨਾ, ਫੁੱਲ ਅਜੇ ਭਾਵੇਂ ਨਜ਼ਰ ਨਹੀਂ ਆਵੇ ਤੇ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਹਾਂ, ਫੁੱਲ ਲੱਗ ਹੀ ਹੋਵੇਗਾ ਕਿਤੇ। ਸੂਰਜ ਚੜ੍ਹਦਾ ਨਾ, ਲੋ ਆ ਜਾਂਦੀ, ਪੋਹ ਫੁੱਟ ਜਾਂਦੀ, ਵਾਹ ਸੂਰਜ ਚੜ੍ਹਨ ਵਾਲਾ ਹੈ। ਜਦੋਂ ਅਨਹਦ ਰਾਗ ਵੱਜਦੇ ਨੇ ਤੇ ਮਾਲਕ ਨੇੜੇ ਹੀ ਆ। ਮੈਂ ਹੁਣ ਮਾਲਕ ਦੇ ਨੇੜੇ ਹੀ ਹਾਂ, ਮੈਂ ਮਾਲਕ ਦੀ ਕਲਾ 'ਚ ਆ ਗਿਆ। ਹੁਣ ਫੁੱਲ ਮੇਰੇ ਕੋਲ ਦੂਰ ਨਹੀਂ, ਕਿਉਂਕਿ ਖੁਸ਼ਬੂ ਆ ਗਈ। ਹੁਣ ਲੋ ਪੁੱਟ ਗਈ ਆ, ਦਿਨ ਵੀ ਚੜੂਗਾ। ਹੁਣ ਅਨਹਦ ਰਾਗ ਮੇਰੇ ਕੋਲ ਆ ਗਏ ਨੇ, ਧੁਰ ਦੇ ਰਾਗ ਜੇ ਮੇਰੇ ਕੋਲ ਆ ਗਏ ਨੇ, ਤੇ ਧੁਰ ਵੀ ਮੇਰੇ ਕੋਲੋਂ ਹੁਣ ਦੂਰ ਨਹੀਂ, ਲੱਭ ਲਵਾਂਗੇ। ਇਹ ਮਾਲਕ ਦੀ ਕਲਾ ਆ, ਮਾਲਕ ਦੀ ਸ਼ਕਤੀ ਆ, ਮਾਲਕ ਦੀ ਬਖਸ਼ਿਸ਼ ਹੈ। ਕਹਿੰਦੇ ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਪੰਜ ਸ਼ਬਦ, ਪੰਜ ਦੂਤ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਤੱਤ, ਪੰਜ ਪਿਆਰੇ, ਪੰਜ ਤਖਤ। ਮਹਾਰਾਜ ਜੀ ਕਹਿੰਦੇ ਨੇ ਪੰਜ ਦੂਤ ਤੁਧ ਵਸ ਕੀਤੇ। ਮੇਰੇ ਸਤਿਗੁਰੂ, ਮੇਰੇ ਮਾਲਕ, ਮੇਰੇ ਵਾਹਿਗੁਰੂ ਦਾਤਾ, ਤੇਰੀ ਬਖਸ਼ਿਸ਼ ਹੋਈ ਆ, ਤੇਰੀ ਰਹਿਮਤ ਹੋਈ ਆ। ਜਿਵੇਂ ਜਿਵੇਂ ਅਨਹਦ ਦਾ ਮੇਰੇ ਅੰਦਰ ਪਸਾਰਾ ਖੁੱਲਿਆ, ਵਿਸਤਾਰ ਹੋਇਆ, ਤਾਂ ਮੇਰੇ ਜਿਹੜੇ ਪੰਜ ਦੂਤ ਸੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ, ਉਹ ਤੂੰ ਹੁਣ ਆਪਣੇ ਵੱਸ ਕਰਦੇ ਨੇ, ਮੇਰੇ ਅੰਦਰ ਦੇ ਵੱਸ ਕਰ ਦਿੱਤੇ ਨੇ। ਮੇਰੇ ਵਿਚਾਰਾਂ 'ਚ ਇਹਨਾਂ ਦਾ ਹੁਣ ਜਨਮ ਨਹੀਂ ਹੁੰਦਾ, ਕਿਉਂਕਿ ਜਿਹੜੇ ਦੂਤ ਨੇ ਵਿਚਾਰਾਂ 'ਚ ਜਿੰਦਾ ਨੇ। ਸਰੀਰਕ ਦੀ ਵਿਚਾਰ ਅੱਗੇ ਵੀ ਕਰ ਚੁੱਕਿਆ ਕਿ ਨਹੀਂ, ਬੁਢਾਪੇ 'ਚ ਜਾ ਕੇ
ਕਾਮ ਸ਼ਕਤੀ ਸਰੀਰ ਛੱਡ ਦਿੰਦਾ ਪਰ ਵਿਚਾਰ ਨਹੀਂ ਛੱਡਦੀ। ਕ੍ਰੋਧ ਵਿਚਾਰ ਨਹੀਂ ਛੱਡਦੀ, ਸਰੀਰ ਛੱਡ ਦੇਗਾ। ਹੁਣ ਤਾਕਤ ਨਹੀਂ ਰਹੀ, ਲੜਨਾ ਕਿਹਦੇ ਨਾਲ ਆ, ਕਿਵੇਂ ਹਥਿਆਰ ਚੁੱਕੂੰਗਾ, ਪਰ ਵਿਚਾਰ ਨਹੀਂ ਛੱਡਦੇ ਪਏ। ਕ੍ਰੋਧ ਵਿਚਾਰ, ਅਹੰਕਾਰ ਨਹੀਂ ਛੱਡਦੇ ਪਏ, ਵਿਚਾਰ ਲੋਭ ਨਹੀਂ ਛੱਡਦੇ ਪਏ, ਵਿਚਾਰ ਲਾਲਚ ਨਹੀਂ ਛੱਡਦੇ ਪਏ। ਵਿਚਾਰਾਂ 'ਚ ਸ਼ੁੱਧੀਪਨ ਲਿਆਉਣਾ ਸੀ, ਸਰੀਰ 'ਚ ਨਹੀਂ ਛੱਡਣਾ ਸੀ। ਨਹੀਂ ਤੇ ਕਹਿੰਦੇ ਫਿਰ ਖੁਸਰੇ ਨੂੰ ਨਾ ਮਿਲ ਜਾਂਦਾ। ਖੁਸਰੇ ਕੋਲੇ ਸਰੀਰਕ ਤੌਰ ਤੇ ਕਾਮ ਕਰ ਹੀ ਨਹੀਂ ਸਕਦਾ, ਪਰ ਉਹਦੇ ਵਿਚਾਰਾਂ 'ਚ ਜਿਉਂਦਾ ਆ। ਇਸ਼ਾਰਾ ਕਿਉਂ ਦਿੱਤਾ ਸੀ ਮਹਾਰਾਜ ਨੇ? ਭਾਈ ਵਿਚਾਰਾਂ ਤੇ ਗੰਢ ਪਾਈ। ਇਹ ਲੱਕ ਤੇ ਗੰਢ ਪਾਉਣ ਨੂੰ ਕਸ਼ਹਿਰਾ ਨਹੀਂ ਦਿੱਤਾ, ਆਪਣੇ ਵਿਚਾਰਾਂ ਤੇ ਗੰਢ ਪਾਈ। ਇਸ ਇੰਦਰੀ ਦੀ ਜੜ 'ਚ ਗੰਢ ਪਾਈ। ਮਹਾਰਾਜ ਜੀ ਕਹਿੰਦੇ ਤੇਰਾ ਸ਼ੁਕਰ ਹੈ ਦਾਤਿਆ, ਮੈਂ ਸਤਿਗੁਰ ਦੇ ਬਲਿਹਾਰ ਜਾਨਾ। ਉਹਦੀ ਵਡਿਆਈ ਆ, ਇਹ ਉਹਦੀ ਬਖਸ਼ਿਸ਼ ਆ, ਦਾਤੇ ਦੀ ਰਹਿਮਤ ਆ, ਜਿਨਨੇ ਮੇਰੇ ਪੰਜ ਦੂਤ ਵਸ ਕਰ ਦਿੱਤੇ ਨੇ। ਅੱਗੇ ਮੈਨੂੰ ਭੜਕਾਉਂਦੇ ਸੀ, ਮੈਨੂੰ ਇਹ ਨਚਾਉਂਦੇ ਸੀ, ਹੁਣ ਤਾਂ ਮੇਰੇ ਜ਼ਿਹਨ 'ਚ, ਮੇਰੀ ਸੋਚ ਵਿੱਚ ਵੀ ਨਹੀਂ ਆਉਂਦੇ। ਜਿਹੋ ਜਿਹਾ ਮਰਜ਼ੀ ਮੇਰੇ ਆਸੇ ਪਾਸੇ ਮਾਹੌਲ ਹੈ। ਅੱਗੇ ਔਰਤ ਕਾਮੁਕ ਦਿਖਦੀ ਸੀ, ਹੁਣ ਔਰਤ ਦੇਵੀ ਦਿਖਦੀ ਹੈ। ਅੱਗੇ ਔਰਤ ਭੁੱਖ ਦਿਖਦੀ ਸੀ, ਹੁਣ ਔਰਤ ਮੈਨੂੰ ਮਦਦਗਾਰ ਦਿਖਦੀ ਆ, ਵੱਡੀ ਦਿਖਦੀ ਆ। ਸੋ ਕਿਉਂ ਮੰਦਾ ਆਖਣਾ, ਹੁਣ ਨਹੀਂ ਮੰਦਾ ਬੋਲਿਆ ਜਾਂਦਾ, ਪਹਿਲਾਂ ਬੋਲਦਾ ਸੀ, ਕਿਉਂਕਿ ਦੂਤ ਅੰਦਰੋਂ ਮੇਰੇ ਭੌਂਕਦੇ ਸੀ ਨਾ। ਸ਼ੁਕਰ ਮੇਰੇ ਦਾਤਿਆ, ਮੇਰੇ ਸਤਿਗੁਰੂ, ਤੇਰਾ ਸ਼ੁਕਰ ਹੈ। ਪੰਜ ਦੂਤ ਤੁਧ ਵਸ ਕੀਤੇ ਕਾਲ। ਇੱਥੇ ਆ ਕੇ ਕਾਲ ਦਾ ਖਾਤਮਾ, ਕਾਲ ਕੰਟਕ ਮਾਰੇ। ਤੂੰ ਮੇਰਾ ਕਾਲ ਕੱਟ ਦਿੱਤਾ ਹੈ, ਕਿਉਂਕਿ ਕਾਲ ਤੇ ਅਕਾਲ ਦਾ ਸੰਬੰਧ ਹੈ। ਕਾਲ ਨੂੰ ਮਾਰਿਆ ਹੀ ਅਕਾਲ ਦਾ ਰਾਹ ਲੱਭਣਾ ਹੈ। ਕਾਲ ਕਿਨੂੰ? ਸਮੇਂ ਨੂੰ। ਉਸਨੂੰ ਅਕਾਲ ਕਿਉਂ ਕਹਿੰਦੇ? ਮਾਲਕ ਨੂੰ, ਵਾਹਿਗੁਰੂ ਨੂੰ, ਕਿਉਂਕਿ ਸਮੇਂ ਤੋਂ ਰਹਿਤ ਹੈ, ਸਮੇਂ ਤੋਂ ਆਜ਼ਾਦ ਹੈ, ਸਮੇਂ ਤੋਂ ਪਰੇ ਆ। ਐ ਮਨਾ, ਜਿੰਨਾ ਚਿਰ ਤੂੰ ਕਾਲ ਦੇ ਚੱਕਰ ਵਿੱਚ ਹੈ, ਅਕਾਲ ਦਾ ਦਿਦਾਰਾ ਨਹੀਂ ਹੋਣਾ। ਅਕਾਲ ਦਾ ਸਹਾਰਾ ਲੈ ਜੇ ਕਾਲ ਨੂੰ ਮਾਰਨਾ ਹੈ ਤੇ, ਨਹੀਂ ਤਾਂ ਜੀਵਨ ਮਰਨ ਐਵੇਂ ਹੀ ਚੱਲਦਾ ਰਹਿਣਾ। ਕਿਉਂਕਿ ਕਾਲ ਦੇ ਅਧੀਨ ਫਸਿਆ ਹੋਇਆ ਬੰਦਾ, ਸਮੇਂ ਦੇ ਅਧੀਨ ਫਸਿਆ ਹੋਇਆ ਬੰਦਾ, ਆਤਮਾ ਫਸੀ ਹੋਈ ਹੈ। ਜਨਮ ਮਰਨ 'ਚ ਕਿਉਂ ਫਸੀ? ਕਿਉਂਕਿ ਕਾਲ ਦੇ ਅਧੀਨ ਹੈ। ਮਹਾਰਾਜ ਕਹਿੰਦੇ ਨੇ ਸ਼ੁਕਰ ਤੇਰਾ ਸਤਿਗੁਰਾ, ਤੇਰੀਆਂ ਵਡਿਆਈਆਂ ਸਦਕਾ, ਤੇਰੀ ਸਿੱਖਿਆ ਸਦਕਾ, ਤੇਰੀ ਬਖਸ਼ਿਸ਼ ਦੇ ਸਦਕਾ। ਮੇਰੇ ਪੰਜ ਦੂਤ ਮਰ ਗਏ ਨੇ ਤੇ ਮੇਰਾ ਕਾਲ ਵੀ, ਜਿਹੜਾ ਕਾਲ, ਉਹ ਵੀ ਮਰ ਗਿਆ। ਹੁਣ ਮੇਰਾ ਜਨਮ ਮਰਨ ਨਹੀਂ ਹੋਵੇਗਾ। ਹੁਣ ਮੇਰਾ ਜਨਮ ਮਰਨ ਨਹੀਂ ਹੋਵੇਗਾ। ਹੁਣ ਮੇਰੇ ਕਕਾਰਾਂ ਨੇ ਪੂਰਨ ਕੰਮ ਕੀਤਾ, ਕਿਉਂਕਿ ਮੇਰੇ ਤੂੰ ਦੂਤ ਮਰ ਗਏ ਨੇ। ਇੱਥੇ ਵਕਾਰ ਸ਼ੁੱਧ, ਇੱਥੇ ਕਕਾਰ ਸ਼ੁੱਧ ਹੁੰਦੇ ਨੇ, ਜਿੱਥੇ ਵਕਾਰ ਮਰ ਜਾਣ ਸਾਰੇ। ਪੰਜੇ ਦੇ ਪੰਜੇ, ਫਿਰ ਕੜਾ ਪ੍ਰਵਾਨ ਹੈ, ਫਿਰ ਕਸ਼ਹਿਰਾ ਪ੍ਰਵਾਨ ਆ, ਫਿਰ ਕਿਰਪਾਨ ਪ੍ਰਵਾਨ ਆ, ਫਿਰ ਕੇਸ ਪ੍ਰਵਾਨ ਆ, ਫਿਰ ਦਸਤਾਰ ਪ੍ਰਵਾਨ ਹੈ। ਨਹੀਂ ਤਾਂ ਜੇ ਅਜੇ ਦੂਤ ਜਿੰਦਾ ਨੇ ਅੰਦਰ, ਕਾਲ ਦੇ ਅਧੀਨ ਹੈ ਤੇ ਨਹੀਂ, ਹਜੇ ਨਹੀਂ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਮਾਲਕਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਕਾਲ ਦੇ ਚੱਕਰ ਚੋਂ ਆਜ਼ਾਦ ਕਰਕੇ ਮੇਰੇ ਦੂਤ ਮਾਰ ਦਿੱਤੇ ਨੇ। ਕਹਿੰਦੇ ਤੁਰ ਕਰਮ ਪਾਇਆ ਤੁਧ ਜਿਨ ਕੋ। ਤੁਰ ਦਾ ਕਰਮ ਤੇਰੀ ਬਖਸ਼ਿਸ਼ ਆ, ਤੁਰ ਦੀ। ਇਹ ਤਾਂ ਨਾਨਕ ਵੀ ਇੱਕ ਹੋ ਗਿਆ, ਗੋਬਿੰਦ ਵੀ ਇੱਕ ਹੋ ਗਿਆ। ਇੱਥੇ ਹਰ ਪੀਰ ਫਕੀਰ ਇੱਕ ਹੋ ਗਿਆ। ਨਾ ਕਬੀਰ, ਰਵਿਦਾਸ, ਵਾਲਮੀਕੀ, ਜਿਤਨੇ ਕਹਿੰਦੇ ਭਗਤ ਸਾਧੂ ਸੰਤ ਨੇ, ਹੁਣ ਤੁਰ ਬਣ ਗਏ ਨੇ। ਕਿਉਂਕਿ ਵਗਦੀਆਂ ਨਦੀਆਂ ਸਮੁੰਦਰ 'ਚ ਲੀਨ ਹੋ ਗਈਆਂ। ਪਹਿਲਾਂ ਮੈਂ ਨਦੀਆਂ ਦੇ ਕਿਨਾਰਿਆਂ 'ਤੇ ਬੈਠਾ ਹੋਇਆ ਸੀ, ਨਾਨਕ ਨੂੰ ਨਾਨਕ ਮੰਨਦਾ ਸੀ, ਰਾਮ ਨੂੰ ਰਾਮ ਮੰਨਦਾ ਸੀ, ਕ੍ਰਿਸ਼ਨ ਨੂੰ ਕ੍ਰਿਸ਼ਨ ਮੰਨਦਾ ਸੀ। ਜਦੋਂ ਮੈਂ ਨਦੀਆਂ ਦੇ ਨਾਲ ਵਹਿਣਾ ਸ਼ੁਰੂ ਕਰਤਾ, ਸਮੁੰਦਰ ਤੱਕ ਮੈਂ ਖੁਦ ਪਹੁੰਚਿਆ, ਵੇਖਿਆ ਸਾਰੀਆਂ ਨਦੀਆਂ ਤੇਰੇ ਵਿੱਚ ਲੀਨ। ਹੁਣ ਤਾਂ ਨਦੀਆਂ ਦਾ ਵਜੂਦ ਹੀ ਕੋਈ ਨਹੀਂ ਬਚਿਆ। ਹੁਣ ਤਾਂ ਨਾਨਕ ਨਾਨਕ ਨਹੀਂ ਰਿਹਾ, ਕ੍ਰਿਸ਼ਨ ਕ੍ਰਿਸ਼ਨ ਨਹੀਂ ਰਿਹਾ, ਰਾਮ ਰਾਮ ਨਹੀਂ ਰਿਹਾ, ਮੁਹੰਮਦ ਮੁਹੰਮਦ ਨਹੀਂ ਰਿਹਾ। ਇਹ ਤਾਂ ਸਾਰੇ ਸਮੁੰਦਰ ਹੀ ਬਣ ਗਏ, ਤਾਂ ਧੁਰ ਹੀ ਬਣ ਗਏ ਨੇ।
ਇੱਥੇ ਜਾ ਕੇ ਜਿੱਥੇ ਦੂਤ ਕਹਿੰਦੇ ਵਸ ਹੋ ਗਏ, ਕਾਲ ਮਰ ਗਿਆ, ਫੇਰ ਇਹ ਭਰਮ ਟੁੱਟਦਾ ਕਿ ਹਰ ਹਰ ਮੈਂ ਇੱਕ ਜੂ ਵਸੇ। ਫਿਰ ਇੱਕ ਓਮਕਾਰ ਦੀ ਧਾਰਨਾ ਪੂਰੀ ਹੁੰਦੀ ਹੈ, ਜਿਸ ਤੋਂ ਗੁਰਬਾਣੀ ਸ਼ੁਰੂ ਹੁੰਦੀ। ਇੱਕ ਓਂਕਾਰ, ਇੱਕ ਇੱਕ। ਬਹੁਤ ਔਖਾ, ਪੜ੍ਹਨਾ ਬੜਾ ਸੌਖਾ, ਗੱਡੀਆਂ ਤੇ ਲਿਖਾਉਣਾ ਬੜਾ ਸੌਖਾ, ਗਲਾਂ 'ਚ ਪਾਉਣਾ ਬੜਾ ਸੌਖਾ, ਲੌਕਟਾਂ 'ਚ ਪਾਉਣਾ ਬੜਾ ਸੌਖਾ, ਘਰਾਂ ਦੀਆਂ ਦੀਵਾਰਾਂ ਤੇ ਲਾਉਣਾ ਬੜਾ ਸੌਖਾ ਇੱਕ ਓਮਕਾਰ ਨੂੰ। ਪਰ ਇੱਕ ਓਮਕਾਰ ਤੱਕ ਪਹੁੰਚ ਕਰਨੀ ਡਾਢੀ ਔਖੀ ਆ ਗੁਰੂ ਪਿਆਰਿਓ। ਬਹੁਤ ਵੱਡਾ ਯੋਧਾ ਹੈ, ਇੰਨਾ ਸੌਖਾ ਨਹੀਂ। ਖਿਲਾਰਾ ਬਹੁਤ ਹੈ, ਪਸਾਰਾ ਬਹੁਤ ਅਸੀਂ ਖਿਲਾਰਿਆ ਹੋਇਆ, ਕਿੱਥੇ ਸਮੇਟਣਾ ਹੈ। ਲੜਨ ਤਾਂ ਦੂਤਾਂ ਨਾਲ ਆਏ ਸੀ, ਲੜਨ ਸਮਾਜ ਨਾਲ ਲੱਗ ਪਏ। ਲੜਨਾ ਕਾਲ ਨਾਲ ਸੀ, ਲੜਨ ਸੰਸਾਰ ਨਾਲ ਲੱਗ ਪਏ। ਜਿਤਨਾ ਕਾਲ ਨੂੰ ਸੀ, ਜਿਤਨਾ ਦੂਤਾਂ ਨੂੰ ਸੀ। ਕੋਰਟ ਕਚਹਿਰੀਆਂ 'ਚ ਲੜਾਈਆਂ ਪਾਈਆਂ, ਜ਼ਮੀਨਾਂ ਜਿੱਤਣ ਨੂੰ, ਜਾਇਦਾਦਾਂ ਜਿੱਤਣ ਨੂੰ, ਪ੍ਰਧਾਨਗੀਆਂ ਜਿੱਤਣ ਨੂੰ, ਗੁਰਦੁਆਰੇ ਆਪਣੇ ਵੱਸ ਕਰਨ ਨੂੰ। ਕਿਉਂਕਿ ਗੁਰਬਾਣੀ ਦਾ ਮਾਰਗ ਮੈਂ ਨਹੀਂ ਸਮਝਿਆ। ਗੁਰਬਾਣੀ ਪੜ੍ਹੀ, ਗੁਰਬਾਣੀ ਵਿਚਾਰੀ, ਪਰ ਕਿਹੜੀ ਮੱਤ ਨਾਲ? ਮਨ ਮੱਤ ਨਾਲ, ਗੁਰੂ ਦੀ ਮੱਤ ਨਾਲ ਨਹੀਂ। ਤੁਰ ਕਰਮ ਪਾਇਆ ਤੁਧ ਜਿਨ ਕੋ, ਮਹਾਰਾਜ ਜੀ ਕਹਿੰਦੇ ਨੇ ਤੇਰੀ ਬਖਸ਼ਿਸ਼ ਹੋਈ। ਹੁਣ ਇੱਥੇ ਕਈ ਵਾਰੀ ਮਨ ਮੱਤ ਇਹ ਵੀ ਕਹਿ ਦਿੰਦੀ, ਲੈ ਹੁਣ ਜੋ ਉਸਦੀ ਬਖਸ਼ਿਸ਼ ਨਾਲ ਹੀ ਹੋਣਾ, ਫਿਰ ਆਪਾਂ ਨੂੰ ਭਗਤੀ ਦੀ ਕੀ ਲੋੜ ਹੈ। ਤੇ ਫਿਰ ਤਾਂ ਆਪਾਂ ਇਹ ਗੱਲ ਕਰੀਏ ਕਿ ਫਿਰ ਸੰਸਾਰੀ ਵੀ ਉਹਦੇ ਤੇ ਛੱਡੀਏ, ਫਿਰ ਆਪਾਂ ਰੋਟੀ ਕਮਾਉਣ ਕਿਉਂ ਉੱਠਦੇ ਹਾਂ? ਫਿਰ ਇਹ ਵੀ ਉਹਦੇ ਤੇ ਛੱਡ ਦਈਏ। ਸਾਹਮਣੇ ਪਈ ਥਾਲੀ 'ਚ ਬੁਰਕੀ ਕਿਉਂ ਮੂੰਹ 'ਚ ਪਾਉਣੇ ਆ? ਪੈਣੀ ਹੋਊਗੀ ਤਾਂ ਆਪੇ ਪੈ ਜਾਊਗੀ। ਪਿਆਸ ਲੱਗਦੀ ਪਾਣੀ ਕਿਉਂ ਲੱਭਦੇ ਆ? ਮਿਲਣਾ ਹੂੰ ਤੇ ਆਪੇ ਲੱਭ ਜੂ। ਕਰਮ ਸਾਨੂੰ ਦਿੱਤਾ ਮਾਰੇ ਨੇ, ਕਿਰਦਾਰ ਦਿੱਤਾ ਹੈ। ਜੇ ਧੁਰ ਤੋਂ ਕਹਿੰਦੇ ਬਖਸ਼ਿਸ਼ ਕਰਾਉਣੀ ਹੈ ਤੇ ਕਰਮ ਤਾਂ ਕਰਨਾ ਹੀ ਪੈਣਾ। ਜੈਸਾ ਕਰਮ ਵੈਸਾ ਫਲ, ਫਲ ਮਾਲਕ ਦੇ ਹੱਥ ਆ। ਦਿਹਾੜੀ ਲਾਉਣੀ ਮਜ਼ਦੂਰ ਦੇ ਹੱਥ ਆ, ਫਲ ਮਾਲਕ ਦੇ ਹੱਥ ਆ। ਖੇਤੀ ਕਰਨੀ ਸਾਡੇ ਕਿਸਾਨ ਦੇ ਹੱਥ ਆ, ਫਲ ਮਾਲਕ ਦੇ ਹੱਥ। ਕੀ ਪਤਾ ਪੱਕੀ ਤੇ ਗੜੇ ਪੈ ਜਾਣ, ਪੱਕੀ ਤੇ ਮੀਂਹ ਪੈ ਜੇ, ਪੱਕੀ ਨੂੰ ਅੱਗ ਲੱਗ ਜੇ। ਕਿ ਅਸੀਂ ਦੁਬਾਰਾ ਕਰਮ ਨਹੀਂ ਕਰਦੇ? ਫਿਰ ਅਸੀਂ ਕਰਮ ਦਿੱਤੇ ਨੇ ਮਾਲਕ ਨੇ ਸਾਨੂੰ, ਫਲ ਉਹਨੇ ਆਪਣੇ ਹੱਥ ਰੱਖਿਆ ਹੈ। ਹੁਣ ਅਸੀਂ ਕਰਮ ਕਿਹੜੇ ਕਰਦੇ ਪਏ ਆ? ਸੰਸਾਰੀ ਕਰਦੇ ਪਏ ਆ ਕਿ ਧੁਰ ਨੂੰ ਪਾਉਣ ਵਾਲੇ ਕਰਦੇ ਪਏ ਆ? ਇਹ ਤਾਂ ਹੁਣ ਸਾਡੇ ਹੱਥ ਆ ਨਾ। ਕਿ ਫਿਰ ਕਹਿੰਦੇ ਨੇ ਧੁਰ ਕਰਮ ਪਾਇਆ। ਉਹ ਕਰਮ ਕਿਹੜੇ ਨੇ? ਸਾਡੇ ਕਰਮਾਂ ਦੇ ਮੁਤਾਬਕ ਹੀ ਕਰਮ ਬਣਦੇ ਨੇ ਜੋ ਕੀਤਾ। ਜੇ ਕਰਮ ਧੁਰ ਦੇ ਕਰਾਂਗੇ, ਧੁਰ ਦੀ ਬਖਸ਼ਿਸ਼ ਤਾਂ ਮਿਲੇਗੀ ਨਾ। ਫਿਰ ਜੇ ਕਰਮ ਮਾਇਆ ਵਾਲੇ ਕਰਾਂਗੇ ਤਾਂ ਮਾਇਆ ਆਉਣੀ ਸ਼ੁਰੂ ਹੋ ਜਾਂਦੀ ਸਾਡੇ ਘਰੇ। ਵੇਲੜ ਕੋ ਤਾਂ ਉਹ ਵੀ ਨਹੀਂ ਆਉਂਦੀ, ਆਲਸੀ ਕੋ ਤਾਂ ਉਹ ਵੀ ਨਹੀਂ ਆਉਂਦੀ। ਜਦੋਂ ਮਾਇਆ ਕਮਾਉਣ ਤੁਰਦਾ, ਘਰੋਂ ਉੱਠ ਕੇ ਦਿਹਾੜੀ ਲਾਉਣ ਤੁਰਦਾ, ਤੇ ਮਾਇਆ ਆਉਂਦੀ ਹੈ। ਜਦੋਂ ਧੁਰ ਵੱਲ ਤੁਰਾਂਗੇ ਤੇ ਧੁਰ ਦੀ ਬਾਣੀ ਆਊਗੀ, ਧੁਰ ਦੇ ਵਿਚਾਰ ਆਉਣਗੇ ਹੀ। ਫਿਰ ਆਪੇ ਧੁਰ ਤੋਂ ਕਰਮ ਬਣੇਗਾ। ਮਹਾਰਾਜ ਕਹਿੰਦੇ ਨੇ ਧੁਰ ਕਰਮ ਪਾਇਆ ਤੁਧ ਜਿਨ ਕੋ। ਮਹਾਰਾਜ ਜੀ ਕਹਿੰਦੇ ਨੇ ਤੇਰੀ ਬਖਸ਼ਿਸ਼ ਜਿਨ੍ਹਾਂ ਤੇ ਹੋਈ, ਜਿਨ੍ਹਾਂ ਨੇ ਤੇਰਾ ਬੂਹਾ ਖੜਕਾਉਣ ਦੀ ਜਿੱਦ ਠਾਣੀ, ਕੋਸ਼ਿਸ਼ ਕੀਤੀ, ਫਿਰ ਤੇਰੀ ਬਖਸ਼ਿਸ਼ ਹੋਈ, ਤੇਰੀ ਰਹਿਮਤ ਦਾ ਬੂਹਾ ਖੁੱਲਿਆ। ਜਿਨ੍ਹਾਂ ਨੇ ਬਹੁਤ ਤੇਰਾ ਦਰਵਾਜ਼ਾ ਕੁੱਟਿਆ, ਉਹਨਾਂ ਚਿਰ ਕੁੱਟਦੇ ਰਹੇ ਜਿੰਨਾ ਚਿਰ ਤੂੰ ਖੋਲਿਆ ਨਹੀਂ। ਉਹਨਾਂ ਚਿਰ ਉਹ ਸਵਾਸਾਂ ਨੂੰ ਰਗੜਦੇ ਰਹੇ ਤੇਰੇ ਨਾਲ ਜਿੰਨਾ ਚਿਰ ਤੂੰ ਸੁਣੀ ਨਹੀਂ। ਜ਼ਿੰਦਗੀਆਂ ਲੱਗ ਗਈਆਂ। ਜਦੋਂ ਤੇਰੀ ਬਖਸ਼ਿਸ਼ ਹੋਈ, ਫਿਰ ਦਰਵਾਜ਼ਾ ਕੁੱਟਣੋਂ ਹਟੇ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗ। ਤੂੰ ਬੂਹਾ ਖੋਲਿਆ ਮਾਲਕਾ, ਤੇਰੀ ਬਖਸ਼ਿਸ਼ ਹੋਈ, ਤੇਰੇ ਦਰਸ਼ ਹੋਏ, ਤੇਰੇ ਦਿਦਾਰੇ ਹੋਏ, ਤੇਰੇ ਨੂਰ ਦਾ ਫਿਰ ਨਾਮ ਚੱਲਿਆ, ਤੇਰੇ ਧੁਰ ਦਾ ਅੰਮ੍ਰਿਤ ਪੀਤਾ ਉਹ ਨਾਮ ਚੱਲਿਆ, ਤੇਰੇ ਮੁੱਖੋਂ ਸ਼ਬਦ ਲੈ ਕੇ ਫਿਰ ਨਾਮ ਚੱਲਿਆ, ਤੇਰੇ ਦਰਸ਼ਨ ਦਾ ਨਾਮ ਚੱਲਿਆ। ਫਿਰ ਤੈਨੂੰ ਵੇਖ ਕੇ ਜਿਹੜੀ ਪ੍ਰੀਤ ਪੈਦਾ ਹੋਈ ਉਹ ਨਾਮ ਬਣਿਆ। ਅੱਗੇ ਤਾਂ ਮੈਂ ਸੁਣ ਕੇ ਜਾਂ ਵਿਚਾਰ ਕਰਕੇ ਪ੍ਰੀਤ ਬਣਾਈ ਸੀ, ਕਿਤਾਬਾਂ 'ਚੋਂ ਸੁਣਿਆ ਸੀ, ਗੁਰਬਾਣੀ 'ਚੋਂ ਸੁਣਿਆ ਸੀ। ਵੇਖੇ ਕਹਿੰਦੇ ਵੇਖ ਕੇਵੜ ਵੱਡਾ ਜੇ ਡੀਠਾ ਹੋਏ। ਸੁਣ ਸੁਣ ਆਖੇ, ਉਹ ਸੁਣ ਸੁਣ ਕੇ ਤਾਂ ਸਾਰੇ ਕਹਿੰਦੇ ਨੇ ਕਿੰਨਾ ਕੁ ਵੱਡਾ, ਕੇਵੜ ਵੱਡਾ ਜੇ ਡੀਠਾ। ਜੇ ਵੇਖਿਆ ਵੇ ਫੇਰ ਹੀ ਪਤਾ ਲੱਗੇ ਨਾ ਕਿੰਨਾ ਕੁ ਵੱਡਾ ਮਾਲਕ। ਇੱਥੇ ਕਹਿੰਦੇ ਨੇ
ਇੱਥੇ ਤਾਂ ਹੁਣ ਤੇਰੇ ਦਿਦਾਰੇ ਦਾ ਨਾਮ ਹੈ, ਹੁਣ ਤੇਰੀ ਸਿਫਤ ਆ, ਹੁਣ ਤੇਰੀ ਸਲੋਤ ਆ ਮਾਲਕਾ, ਤੇਰੇ ਬਲਹਾਰੇ ਜਾਨਾ, ਹੁਣ ਤੇਰਾ ਨਾਮ ਹੈ ਸੇ ਨਾਮ ਹਰ ਕੇ ਲਾਗੇ। ਹੁਣ ਸਵਾਏ ਤੇਰੇ ਹੁਣ ਤਾਂ ਸਮੁੰਦਰ ਦਾ ਨਾਂ ਚੱਲੋ, ਹੁਣ ਨਦੀਆਂ ਕਿੱਥੇ ਮੈਨੂੰ ਚੇਤੇ ਰਹਿਣਗੀਆਂ। ਹੁਣ ਨਾਨਕ, ਹੁਣ ਜੀਸਸ ਆ ਗਿਆ, ਹੁਣ ਕ੍ਰਿਸ਼ਨ, ਹੁਣ ਗੋਬਿੰਦ, ਹੁਣ ਤਾਂ ਸਮੁੰਦਰ ਹੀ ਸਮੁੰਦਰ, ਹੁਣ ਤਾਂ ਤੂੰ ਹੀ ਤੂੰ ਹੈ ਮਾਲਕਾ, ਹੁਣ ਤਾਂ ਮੈਂ ਤੇਰੇ ਵਿੱਚ ਆਉਣ ਡਿਆ। ਇਹ ਨਦੀਆਂ ਸੀ, ਇਹਨਾਂ ਦੇ ਸਹਾਰੇ ਚੱਲ ਚੱਲ ਕੇ ਜਾਂ ਇਹਨਾਂ ਵਿੱਚ ਰਲ ਕੇ ਅਸੀਂ ਸਮੁੰਦਰ ਤੱਕ ਪਹੁੰਚਣਾ ਸੀ। ਅਸੀਂ ਨਦੀਆਂ ਦਾ ਕਿਨਾਰਾ ਨਹੀਂ ਛੱਡ ਪਏ, ਇਹਨਾਂ ਨੂੰ ਪੂਜਣਾ ਨਹੀਂ ਛੱਡ ਪਏ, ਇਹਨਾਂ ਨੂੰ ਮੰਨਣਾ ਨਹੀਂ ਛੱਡ ਪਏ। ਸਮੁੰਦਰ ਤੱਕ ਕਿਵੇਂ ਪਹੁੰਚਾਂਗੇ? ਜਾਂ ਤਾਂ ਅਸੀਂ ਜੇ ਛੋਟੀ ਨਦੀਆਂ ਵੱਡੀ ਨਦੀ ਦਾ ਸਹਾਰਾ ਲਈਏ, ਜਾਂ ਆਪਣੇ ਆਪ ਨੂੰ ਵੱਡੀ ਨਦੀ ਬਣਾਈਏ, ਵੈਰਾਗੀ ਨਦੀ ਬਣਾਈਏ, ਸਮੁੰਦਰ ਫਿਰ ਵੀ ਸਾਨੂੰ ਲੱਭਣਾ ਪੈਣਾ। ਉਹ ਤੁਰ, ਉਹ ਨਿਰਾਕਾਰ। ਅਸੀਂ ਫਸੇ ਕਿੱਥੇ ਹੋਏ ਹਾਂ? ਨਾਨਕ ਤੇਰਾ ਮੇਰਾ ਆ, ਰਾਮ ਤੇਰਾ ਮੇਰਾ ਆ, ਕ੍ਰਿਸ਼ਨ ਤੇਰਾ ਮੇਰਾ ਆ, ਇਹ ਸਾਈਂ ਤੇਰਾ ਮੇਰਾ ਆ। ਨਦੀਆਂ ਵੰਡੀ ਫਿਰਦੇ ਆ ਨਾ ਅਸੀਂ ਨੀਰ ਨੂੰ ਵੀ ਨਹੀਂ ਸਮਝ ਪਿਆ ਜੇ ਸਾਰੀਆਂ ਨਦੀਆਂ 'ਚ ਨੀਰ ਤਾਂ ਇੱਕੋ ਦਾ ਹੀ ਆ। ਅਸੀਂ ਨਦੀਆਂ ਵੰਡ ਲਈਆਂ ਨੇ, ਨੀਰ ਨਹੀਂ ਵੰਡ ਸਕਦੇ। ਨਦੀਆਂ ਵੰਡ ਕੇ ਅਸੀਂ ਮੂਰਖਤਾ ਕੀ ਕੀਤੀ, ਅਸੀਂ ਨਦੀਆਂ ਦੇ ਕਿਨਾਰਿਆਂ ਤੇ ਬਹਿ ਗਏ ਹਾਂ, ਨੀਰ ਵਗੀ ਜਾਂਦਾ ਵਿੱਚੋਂ, ਅਸੀਂ ਨਦੀਆਂ ਦੇ ਨੀਰ ਨਾਲ ਵਹਿੰਦੇ ਨਹੀਂ ਪਏ। ਨਦੀ ਸਾਨੂੰ ਇਸ਼ਾਰਾ ਕਰਦੀ ਪਈ, ਭਾਈ ਜਿੱਧਰ ਮੈਂ ਜਾਣੇ ਪਈ ਹਾਂ ਤੂੰ ਵੀ ਤੁਰ, ਮੇਰੇ ਨਾਲ ਰਲ। ਉਹ ਗੀਤਾ ਆ, ਗੁਰਬਾਣੀ ਹੈ, ਬਾਈਬਲ ਹੈ, ਕੁਰਾਨ ਹੈ, ਇਸ਼ਾਰੇ ਕਰ ਰਹੇ ਆ, ਪਰ ਅਸੀਂ ਤਾਂ ਉਹਨਾਂ 'ਚ ਪੜ੍ਹਨ 'ਚ ਹੀ ਉਲਝ ਗਏ। ਅਸੀਂ ਤਾਂ ਇਹਨਾਂ ਦੇ ਕਿਨਾਰੇ ਫੜ ਕੇ ਬਹਿ ਗਏ। ਇਹਨਾਂ ਨੂੰ ਪੜ੍ਹ ਕੇ ਵਿਚਾਰ ਕਰਕੇ ਤੁਰਨਾ ਸੀ, ਅਪਣਾਉਣਾ ਸੀ, ਕਰਮ ਕਰਨਾ ਸੀ, ਕਿਰਦਾਰ ਬਣਾਉਣਾ ਸੀ, ਅਮਲ ਕਰਨਾ ਸੀ, ਭਾਵ ਸਫ਼ਰ ਕਰਨਾ ਸੀ। ਵਿਚਾਰ ਸਫ਼ਰ ਹੈ, ਵਿਚਾਰ ਕੋਈ ਅੱਖਰ ਨਹੀਂ ਕਿ ਫੜ ਕੇ ਬਹਿ ਜਾਓ। ਵਿਚਾਰ ਸਫ਼ਰ ਹੈ, ਕਰਮ ਦੇ ਜ਼ਰੀਏ ਸਫ਼ਰ ਕਰਨਾ। ਗੁਰਬਾਣੀ ਵਿਚਾਰ ਕਰਮ ਦਾ ਸਫ਼ਰ ਹੈ, ਕਰਮ ਕਰੀਏ। ਮਹਾਰਾਜ ਜੀ ਕਹਿੰਦੇ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੇ। ਤੇਰੇ ਨਾਮ ਤੋਂ ਬਿਨਾਂ ਹੁਣ ਉਹ ਕਿਵੇਂ ਹੋਰ ਕੋਈ ਜਪ ਜਪਣਾ। ਹੁਣ ਤਾਂ ਤੂੰ ਹੀ ਹੈ ਮਾਲਕਾ, ਹੁਣ ਤਾਂ ਇੱਕੋ ਧੁਨ ਤੇਰੀ ਅਨਹਦ ਦੀ, ਤੇਰੀ ਸੂਰਤ ਹੈ, ਤੇਰੀ ਆਵਾਜ਼ ਹੈ। ਮੇਰਾ ਖਾਣਾ ਤੂੰ, ਹੁਣ ਮੇਰਾ ਪੀਣਾ ਤੂੰ, ਮੇਰਾ ਪਹਿਨਣਾ ਤੂੰ, ਮੇਰਾ ਓਲਾ ਤੂੰ, ਮੇਰਾ ਬਾਣਾ ਤੂੰ, ਮੇਰੇ ਲਿਬਾਸ ਤੂੰ, ਮੇਰੇ ਕਕਾਰ ਤੂੰ, ਮੇਰਾ ਵਿਚਾਰ ਤੂੰ, ਮੇਰਾ ਕਿਰਦਾਰ ਤੂੰ, ਮੇਰਾ ਧਰਮ ਤੂੰ, ਮੇਰਾ ਮਜ਼ਹਬ ਤੂੰ ਮਾਲਕਾ। ਮੇਰਾ ਜੀਵਨ ਤੂੰ ਤੇ ਮੇਰੀ ਮੌਤ ਵੀ ਹੁਣ ਤੂੰ, ਮੇਰੀ ਮੁਕਤੀ ਤੂੰ, ਮੇਰਾ ਮੋਕਸ਼ ਤੂੰ। ਇੱਥੇ ਕਹਿੰਦੇ ਨੇ ਗੁਰੂ ਈਸ਼ਰ, ਗੁਰੂ ਬ੍ਰਹਮਾ। ਹੁਣ ਤਾਂ ਮਾਲਕਾ ਗੁਰੂ ਅਸੀਂ, ਹੁਣ ਤੂੰ ਹੈ ਸਭ ਕੁਛ। ਤੂੰ ਹੀ ਨਾਨਕ, ਤੂੰ ਹੀ ਲਹਿਣਾ, ਤੂੰ ਹੀ ਗੁਰੂ ਅਮਰ ਤੂੰ। ਹੁਣ ਤੂੰ ਹੀ ਤੂੰ। ਹੁਣ ਕਾਹਦੇ ਭੇਦ ਨੇ? ਇਹ ਭੇਦ ਵੇਖੀਏ ਅਸੀਂ ਗੁਰੂ ਪਿਆਰਿਓ। ਸੁਣ ਕੇ ਤਾਂ ਨਹੀਂ ਕਿਤੇ ਅਸੀਂ ਲੱਗੇ ਹੋਏ ਕਿ ਹਾਂਜੀ ਇਹ ਭੇਦ ਮੁੱਕੇ ਨੇ। ਭੇਦ ਮਿਟਾਉਣੇ ਪੈਣੇ ਨੇ, ਮੁਕਾਉਣੇ ਪੈਣੇ ਨੇ, ਅੱਖੀਂ ਵੇਖ ਕੇ ਦਿਦਾਰੇ ਕਰਨੇ ਪੈਣੇ ਨੇ। ਤਸਵੀਰਾਂ ਵੇਖਾਂ ਗੁਜ਼ਾਰਾ ਨਹੀਂ ਹੋਣਾ ਨਾਨਕ ਦੀਆਂ, ਗੋਬਿੰਦ ਦੀਆਂ ਤਸਵੀਰਾਂ ਵੇਖਾਂ ਗੁਜ਼ਾਰਾ ਨਹੀਂ ਹੋਣੀਆਂ, ਸਾਧੂ ਸੰਤਾਂ ਦੀਆਂ ਤਸਵੀਰਾਂ ਰੱਖਿਆ ਨਹੀਂ ਗੁਜ਼ਾਰੇ ਹੋਣੇ। ਗੁਰਬਾਣੀ ਨੂੰ ਤਸਵੀਰ ਬਣਾਉਣਾ ਪੈਣਾ ਹੈ, ਗੁਰੂ ਦੀ ਸਿੱਖਿਆ ਨੂੰ ਤਸਵੀਰ ਬਣਾਉਣਾ ਪੈਣਾ, ਗੁਰੂ ਦੀ ਸਿੱਖਿਆ ਨੂੰ ਤਸਵੀਰ ਨੂੰ ਮੁੱਖ ਰੱਖ ਕੇ ਕਿਰਦਾਰ ਬਣਾਉਣਾ ਪੈਣਾ ਹੈ। ਤੀਰਥ ਤੁਰਦਾ, ਹਰਮੰਦਰ ਤੁਰਦਾ, ਉਹ ਲੱਭਣਾ ਪੈਣਾ ਹੈ। ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ। ਹੁਣ ਸੁੱਖ ਉਹ ਲੱਭਾ ਜਿਹੜਾ ਅਡੋਲ ਆ, ਜਿਹੜਾ ਹੁਣ ਘਟਣਾ ਨਹੀਂ, ਜਿਹੜਾ ਹੁਣ ਦਿਨੋਂ ਦਿਨ ਵਧਣਾ। ਹੁਣ ਆਨੰਦ ਸੁੱਖ ਇੱਕ ਹੋ ਗਏ ਨੇ ਮੇਰੇ। ਜਿਹੜਾ ਸੁੱਖ ਮੈਂ ਲੱਭਣ ਆਇਆ ਸੀ ਸੰਸਾਰ ਵਿੱਚ, ਮੈਨੂੰ ਉਹ ਲੱਭਿਆ। ਦੁੱਖ ਕਿਹੜਾ ਸੀ ਸਭ ਤੋਂ ਵੱਡਾ? ਜਨਮ ਮਰਨ ਦਾ, ਕਾਲ ਦੇ ਅੰਤਰਗਤ ਆਉਣ ਦਾ। ਮੈਂ ਅਕਾਲ ਤੋਂ ਦੂਰ ਹੋਇਆ ਫਿਰਦਾ ਸੀ, ਹੁਣ ਮੈਂ ਅਕਾਲ ਦੇ ਕੋਲੇ ਆ ਗਿਆ, ਮੈਂ ਕਾਲ ਤੋਂ ਛੁੱਟ ਗਿਆ।
ਜਨਮ ਮਰਨ ਦੇ ਦੁੱਖ ਤੋਂ ਛੁੱਟ ਗਿਆ। ਇਹ ਸਭ ਤੋਂ ਵੱਡਾ ਦੁੱਖ ਸੀ। ਹੁਣ ਮੈਨੂੰ ਇਹ ਸੁੱਖ ਮਿਲ ਗਿਆ ਕਿਉਂਕਿ ਇਸ ਦੁੱਖ ਮੇਰਾ ਕੱਟਿਆ ਗਿਆ ਹੈ। ਇਹ ਮੇਰਾ ਮੌਤ ਦਾ, ਮੇਰਾ ਜੰਮਣ ਦਾ ਜਿਹੜਾ ਦੁੱਖ ਸੀ ਇਹ ਕੱਟ ਹੋ ਗਿਆ ਹੈ। ਇਹ ਭੇਦ ਭਾਵ ਜਿਹੜੇ ਸੀ ਸਭ ਟੁੱਟ ਗਏ ਨੇ। ਹੁਣ ਮੈਨੂੰ ਸੁੱਖ। ਮਹਾਰਾਜ ਜੀ ਕਹਿੰਦੇ ਨੇ, ਕਹੇ ਨਾਨਕ ਨਾਨਕ ਤੈਂ ਸੁੱਖ ਹੋਇਆ। ਕਿਸ ਨੂੰ ਸੁੱਖ ਹੋਇਆ? ਤਿਤ ਕਰ ਅਨਹਦ ਵਾਜੇ। ਜਿੱਥੇ ਅਨਹਦ ਦੀ ਧੁਨ ਪੈਦਾ ਹੋਈ ਆ, ਧੁਰ ਦਾ ਰਾਗ ਪੈਦਾ ਹੋਇਆ, ਧੁਰ ਦਾ ਦੀਦਾਰ ਪੈਦਾ ਹੋਇਆ। ਕਹਿੰਦੇ ਕਿਵੇਂ ਸੁੱਖ ਨਾ ਆਵੇ। ਗੁਰੂ ਪਿਆਰਿਓ, ਸਾਨੂੰ ਸਭ ਤੋਂ ਵੱਡਾ ਦੁੱਖ ਕਿਹੜਾ ਹੈ? ਨਹੀਂ ਕਿਸੇ ਦਾ ਪੁੱਤਰ ਮਰ ਗਿਆ, ਕਿਸੇ ਦਾ ਮਾਂ ਪਿਓ ਮਰ ਗਿਆ, ਕਿਸੇ ਦਾ ਘਰ ਟੁੱਟ ਗਿਆ, ਕਿਸੇ ਦੀ ਜ਼ਮੀਨ ਖੁੱਸ ਗਈ, ਕੋਈ ਬਿਮਾਰ ਪੈ ਗਿਆ। ਦੁੱਖ ਨਹੀਂ, ਇਹ ਸਰੀਰਕ ਦੁੱਖ ਹੈ। ਅਸਲੀ ਕਸ਼ਟ, ਅਸਲੀ ਦੁੱਖ ਕਿਹੜਾ ਹੈ? ਜਨਮ ਮਰਨ ਦਾ। ਅਸਲੀ ਦੁੱਖ ਕਿਹੜਾ ਹੈ? ਦੂਤਾਂ ਨੂੰ, ਜਿਹੜੇ ਦੂਤ ਮੈਨੂੰ ਚੰਬੜੇ ਹੋਏ ਨੇ। ਅਸਲੀ ਦੁੱਖ ਕਿਹੜਾ ਹੈ? ਮੈਂ ਕਾਲ ਦੇ ਹਜੇ ਅੰਤਰਗਤ ਹਾਂ, ਕਾਲ ਦੇ ਅਧੀਨ ਆ। ਇਹ ਦੁੱਖ ਕਟਾਉਣ ਆਏ ਸੀ। ਇਸ ਦੁੱਖ ਕੱਟਣ ਲਈ ਅਸੀਂ ਗੁਰਬਾਣੀ, ਗੁਰੂ ਦਾ ਸਹਾਰਾ ਲਿਆ ਆ। ਮਹਾਰਾਜ ਮੇਰੇ ਦੁੱਖ ਇਹ ਕੱਟੋ। ਇੱਥੇ ਕਹਿੰਦੇ ਸੁੱਖ ਹੋ ਗਿਆ। ਹੁਣ ਮਹਾਰਾਜ ਜੀ ਕਹਿੰਦੇ ਨੇ, ਆਨੰਦ ਸੁਨੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਇਹ ਆਨੰਦ ਸੁਣੋ, ਇਹ ਅਨਹਦ ਸੁਣੋ। ਵੱਡੇ ਭਾਗਾਂ ਵਾਲਿਓ, ਬਿਨਾਂ ਭਾਗਾਂ ਤੇ ਨਹੀਂ ਮਿਲਦੇ। ਭਾਗ ਕਮਾਉਣੇ ਪੈਂਦੇ ਨੇ, ਭਾਗ ਬਣਾਉਣੇ ਪੈਂਦੇ ਨੇ। ਅਸੀਂ ਬਣਾਉਣ ਆਏ ਹਾਂ ਭਾਗ। ਇੱਥੇ ਕਹਿਣਗੇ ਭਾਗਾਂ ਚੋਂ ਤੇ ਮਿਲ ਜੂ। ਭਾਗ ਤਾਂ ਬਣਾਉਣ ਆਏ। ਮਾਨਵ ਜੂਨੀ ਮਿਲੀ ਕਿਉਂ? ਭਾਗ ਲੇਖ ਜਿਹੋ ਜਿਹੇ ਲਿਖੇਗਾ ਇਹੋ ਜਿਹੇ ਵੱਢੀ ਜਾਏਗਾ। ਚੰਗੇ ਲਿਖੇਗਾ ਚੰਗੇ ਆਉਂਦੇ ਜਾਣਗੇ, ਮਾੜੇ ਲਿਖੇਗਾ ਮਾੜੇ ਆਉਂਦੇ ਜਾਣਗੇ। ਸੰਸਾਰੀ ਚੀਜ਼ਾਂ ਬੋਈ ਜਾਏਗਾ, ਸੰਸਾਰੀ ਮਿਲੀ ਜਾਣਗੇ। ਸੰਸਾਰੀ ਕੱਟ ਕੇ ਧੁਰ ਦੀਆਂ ਬੀਜਣਾ ਸ਼ੁਰੂ ਕਰ ਦੇਗਾ, ਧੁਰ ਮਿਲਣਾ ਸ਼ੁਰੂ ਹੋ ਜਾਏਗਾ। ਤੇਰੇ ਉੱਤੇ ਆ ਭਾਗ ਲਿਖਣੇ ਤਾਂ ਬੰਦਿਆ। ਅਸੀਂ ਭਾਗ ਡੀਕਦੇ ਹਾਂ। ਅਸੀਂ ਬੀਜਣਾ ਨਹੀਂ ਚਾਹੁੰਦੇ ਭਾਗ, ਅਸੀਂ ਕਰਨਾ ਨਹੀਂ ਚਾਹੁੰਦੇ। ਅਸੀਂ ਡੀਕਦੇ ਪਏ ਹਾਂ ਕਿ ਭਾਗਾਂ ਵਾਲਾ ਦਿਨ ਆਊਗਾ। ਉਹ ਫਲ ਤਾਂ ਹੀ ਆਊਗਾ ਜੇ ਬੀਜਾਂਗੇ। ਉਹ ਮੁੱਠੀ ਵਿੱਚ ਬੀਜ ਘੁੱਟ ਕੇ ਤੇ ਫਲ ਦਾ ਇੰਤਜ਼ਾਰ ਤਾਂ ਨਹੀਂ ਕੀਤਾ ਜਾਣਾ। ਘਰ ਦੇ ਕਮਰੇ 'ਚ ਗੁਰੂ ਗ੍ਰੰਥ ਦਾ ਪ੍ਰਕਾਸ਼ ਕਰਕੇ ਤਾਂ ਨਹੀਂ ਧੁਰ ਲੱਭਣਾ। ਅੰਦਰ ਹਿਰਦੇ 'ਚ, ਅੰਦਰ ਹਿਰਦੇ 'ਚ ਪ੍ਰਕਾਸ਼ ਕਰਕੇ ਧੁਰ ਦਾ ਬੀਜ ਬੀਜਣਾ ਹੈ। ਫਿਰ ਵੱਡੇ ਭਾਗ ਬਣਨੇ ਨੇ। ਵੱਡੇ ਭਾਗ ਬੀਜਾਂਗੇ ਤਾਂ ਵੱਡੇ ਭਾਗ ਬਣਦੇ ਜਾਣਗੇ, ਛੋਟੇ ਭਾਗ ਬੀਜਾਂਗੇ ਤਾਂ ਛੋਟੇ। ਤਾਂ ਸੋਚ ਦੇ ਉੱਪਰ ਅਸੀਂ ਬੀਜਦੇ ਕੀ ਪਏ ਆ? ਮਾਇਆ, ਧਨ, ਸੰਪਤੀ। ਵੱਡੇ ਭਾਗ ਬੀਜੋ ਧੁਰ ਦੇ, ਇਬਾਦਤ ਦੇ, ਭਗਤੀ ਦੇ, ਸਿੱਖੀ ਦੇ। ਆਪੇ ਵੱਡੇ ਭਾਗ ਬਣਨੇ ਸ਼ੁਰੂ ਹੋ ਜਾਣਗੇ, ਵੱਡਾ ਫਲ ਆਉਣਾ ਸ਼ੁਰੂ ਹੋ ਜਾਊਗਾ। ਵੱਡੇ ਭਾਗ ਸਾਡੇ ਅੱਗੇ ਆ ਜਾਣਗੇ। ਮਹਾਰਾਜ ਜੀ ਕਹਿੰਦੇ ਨੇ, ਆਨੰਦ ਸੁਣੋ ਵੱਡ ਭਾਗਿਓ। ਵੱਡਿਆਂ ਭਾਗਾਂ ਵਾਲਿਓ ਟਿਕੋ ਤੇ ਇਹ ਆਨੰਦ ਸੁਣੋ। ਸਗਲ ਮਨੋਰਥ ਪੂਰੇ। ਇਹ ਮਨੋਰਥਾਂ ਦਾ ਬਹੁਤ ਵੱਡਾ ਇੱਕ ਕਹਿੰਦੇ ਸਾਡੇ ਅੰਦਰ ਉੱਲਾ। ਅਸੀਂ ਸੰਸਾਰੀ ਮਨੋਰਥਾਂ ਨੂੰ ਪੂਰੇ ਕਰਨ ਲਈ ਲੱਗੇ ਨੇ ਕਿ ਮੇਰੇ ਮਨੋਰਥ ਪੂਰੇ ਹੋਣਗੇ ਤੇ ਮੈਂ ਉਹਨੂੰ ਗੁਰਬਾਣੀ ਦਾ ਪਾਠ ਕਰ ਲਵਾਂ। ਤੇ ਧਿਆਨ ਨਾਲ ਸੋਚੋ ਗੁਰੂ ਦੇ ਪਿਆਰਿਓ, ਮਨੋਰਥ ਕੀ ਸੀ ਆਤਮਾ ਦੇ? ਮਾਨਵ ਜਨਮ ਦਾ ਮਨੋਰਥ ਕੀ ਹੈ? ਪਹਿਚਾਣੀਏ ਤੇ ਸਹੀ। ਜਿਸ ਨੂੰ ਮਹਾਰਾਜ ਕਹਿੰਦੇ ਨੇ, ਬੰਦਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਨੋਰਥ ਤਾਂ ਪਹਿਚਾਣੀਏ ਪਹਿਲੋਂ। ਸਰੀਰ ਮਨੋਰਥ ਨਹੀਂ, ਸਰੀਰ ਦੀਆਂ ਚੀਜ਼ਾਂ ਮਨੋਰਥ ਨਹੀਂ ਸਾਡਾ ਕੰਮ। ਇਹ ਮਹਿਲ ਮਾੜੀਆਂ ਮਨੋਰਥ ਨਹੀਂ, ਧੀਆਂ ਪੁੱਤਰਾਂ ਮਨੋਰਥ ਨਹੀਂ। ਇਹ ਅਸੀਂ ਜਾਨਵਰ ਜੂਨ ਚ ਕਰ ਆਏ ਹਾਂ। ਜਾਨਵਰ ਦੇ ਵੀ ਬੱਚੇ ਹੁੰਦੇ, ਉਹਦੇ ਵੀ ਘੌਂਸਲੇ ਹੁੰਦੇ ਨੇ। ਉਹ ਵੀ ਖਾਂਦਾ ਪੀਂਦਾ, ਪਹਿਨਦਾ ਹੰਡਾਉਂਦਾ ਆ, ਚਹਿਕਦਾ ਆ, ਨਹਾਉਂਦਾ ਆ, ਧੋਂਦਾ, ਸੁੰਦਰਤਾ ਦੇ ਰੰਗ ਮਾਣਦਾ ਹੈ। ਉਹ ਵੀ ਗਾਉਂਦਾ ਆ, ਉਹ ਵੀ ਉੱਡਦਾ ਆ। ਮਾਨਵ ਜਨਮ ਦਾ ਮਨੋਰਥ ਕੀ ਹੈ? ਆਪਣੀ ਜੋਤ ਨੂੰ ਪਹਿਚਾਨਣਾ ਤੇ ਜਾਤੇ ਦੇ ਘਰੇ ਵਾਪਸ ਜਾਣਾ। ਇਹ ਮਨੋਰਥ ਮਾਰੇ ਕਹਿੰਦੇ, ਇਹ ਮਨੋਰਥ ਪੂਰੇ ਹੁੰਦੇ ਨੇ ਇੱਥੇ ਆਣ ਕੇ। ਸਹਿਜ ਆਉਂਦਾ ਆ, ਅੰਮ੍ਰਿਤ ਆਉਂਦਾ, ਸੰਤੋਖ ਆਉਂਦਾ ਆ, ਕਾਲ ਮਰ ਜਾਂਦਾ ਤੇਰਾ। ਕਹਿੰਦੇ ਤੇਰੇ ਦੂਤ ਤੇਰੇ ਮਰ ਜਾਂਦੇ ਨੇ, ਅਨਹਦ ਤੇਰੇ ਅੰਦਰ। ਇਹ ਮਨੋਰਥ, ਮਨੋਰਥ ਪਹਿਚਾਣੀਏ ਪਹਿਲੋਂ ਅਸੀਂ ਗੁਰੂ ਦੇ ਪਿਆਰਿਓ। ਮਨੋਰਥ ਕੀ ਆ? ਮਾਨਵ ਜਨਮ ਦਾ। ਮਾਨਵ ਜਨਮ ਦਾ ਇੱਕੋ ਇੱਕ ਮਨੋਰਥ ਹੈ
गोबिंद मिलन की इहो तेरी बरिया। महाराज जी कहते ने सगल मनोरथ पूरे पार ब्रह्म प्रभ पाया। आ देखो मनोरथ दा अगला तुक पढ़ो, की मनोरथ सी साडी जिंदगी दा। ਇਹ नहीं कि ਵੱਡਾ महल बन गया, ਉੱਚਾ ਅਹੁਦਾ मिल गया, मैनू प्रधानगी मिल गई है, मैनू इलैक्शनां 'ਚ जित मिल गई है। महाराज कहते सगल मनोरथ पूरे। किहड़ा मनोरथ? पार ब्रह्म प्रभ पाया। ओ ईश्वर जो सचमुच ईश्वर जिहड़ा असीं बनाया होया वो नहीं, जिहड़ा समस्त देवी देवतियां तो पीरां तो पैगंबरां तो अवतारां तो साधुआं तो संतां तो खंडां तो ब्रह्मंडां तो उच्चा, जिसने सब कुछ बनाया है। वो अकाल, वो निरभौ, वो निर्वैर, वो अजूनी। कहंदे वो पाया है पार ब्रह्म प्रभ पाया। ये मनोरथ है जिंदगी दा। उस मालक नूं पहचानना जो सचमुच मालक है, जिहदे लई लखां पीर ने, नानक कृष्ण गोबिंद लखां ने उहदे सामने। लखां आकाशां पतालां दा जो मालक है, उस पार ब्रह्म नूं पाउण आए असीं, जो सचमुच होंद है, हस्ती है। महाराज कहते ने मनोरथ पूरा होया मेरा, किहड़ा? पार ब्रह्म प्रपाया उतरे सगल वसूरे। हुण मेरे झोरे खत्म हो गए ने, मेरियां चिंतावां खत्म हो गईयां, मेरे फिकर खत्म हो गए आ, सारे रोग सारे मेरे दलिद्र हुण खत्म हो गए। आत्मा दे जिहड़े मेरे वजोग सी, जिहड़े मेरे विछोड़ियां दे रोग सी, सारे रोग धोते ने। जदों रोशनी आ जाए तो अंधेरा तो छटना ही है। जदों मालक आप सहाई है, आप जदों खिल गया अंदर, तो कित्थे बचणगे हुण? कित्थे विजोग बचू, कित्थे दूरी रह जू। महाराज कहते ने उतरे सगल वसूरे। दुख रोग संताप उतरे। दुख किहड़े सी? विछोड़े दे दुख सी, दूरी दे दुख सी, तेरे नाम मिलन दे दुख सी। रोग काम क्रोध लोभ मोह अहंकार। संताप इन्हां दियां परछाइयां, कीते गुनाहां दियां यादां, पापां दे झोरे अंदर सी जिहड़े मेरे। कहंदे दुख रोग संताप उतरे, सुनी सच्ची बाणी। असी घर विच शब्द ला लैंदे आ, असी सुणदे आ कि बाणी सुणदे पे आ। बाणी तां सुणदे पे आ, पर ध्यान सोचीए कि साडी विचार सच्ची है। क्योंकि बाणी उदों सच्ची बनेगी जदों असीं सच्ची विचार तो सुणदे पे आ, जदों असीं धुर दी भुख नाल सुण रहे हैं। नहीं तो हर गड्डियां 'च कीर्तन हुंदा, सुबह शाम असीं घरां 'च लाउने, टीवी ते लाइव चलदा, समागमां 'च जाने आ, सच्ची बाणी नहीं सुनी जाती। क्योंकि सच्ची नीयत नहीं हुई, सच्चा विचार नहीं बनया साडे अंदर अजे, सच्चा किरदार नहीं बनया साडे अंदर अजे। सच्ची नीयत नाल सुनांगे ते बाणी सच्ची बनेगी ना। अही तैनू पढ़दे सुणदे मन मत नाल पए झूठी विचारां नाल, तकरारां नाल पढ़दे पए आ। ते जिहड़ी सच्ची बाणी किहड़ी धुर दी, किहड़ी अनहद आनंद वाली। महाराज कहंदे जदों आनंद वाली मैं बाणी सुनी ना, सच्चे किरदार वाली बाणी सुनी, जदों सच्चे विचार वाली बाणी सुनी, मैं धुर दी बाणी सुनी। किन्ने सुननी सी? मैं। ते मेरे चापे रोक जाते। मैं तो कन्ना तक ही सीमित रह गया, मैनू तो ये शब्द मैं अंदर जान ही नहीं दिते, तो मेरे रोग किवें मिटदे? सुनी सच्ची बाणी संत साजन पए सरसे। हुण सज्जन मेरे संत जिहड़े मेरे आ
ਉਪਾਧੀਆਂ ਸੀ ਮੇਰੇ ਸੱਜਣ, ਜਿਨ੍ਹਾਂ ਕੋਲੋਂ ਮੈਂ ਸਿੱਖਿਆ ਲਈ ਸੀ, ਜਾਂ ਗੁਰੂ ਕੋ, ਗੁਰਬਾਣੀ ਕੋ, ਨਾਨਕ ਕੋ, ਪੀਰ ਕੋ, ਸਾਰਿਆਂ ਦੀ ਖੁਸ਼ੀ ਮਿਲੀ ਆ। ਅੱਜ ਉਹਨਾਂ ਦੀ ਬਖਸ਼ਿਸ਼, ਉਹ ਖੜੇ ਨੇ ਦਰਬਾਰੇ ਤੇ, ਉਹਨਾਂ ਦੀਆਂ ਖੁਸ਼ੀਆਂ ਮਿਲ ਰਹੀਆਂ ਨੇ, ਉਹਨਾਂ ਦੇ ਗੱਲ ਲੱਗਣ ਦਾ ਸੁਭਾਗ ਮਿਲਿਆ, ਚਰਨੀ ਲੱਗਣ ਦਾ ਸੁਭਾਗ ਮਿਲਿਆ। ਤਸਵੀਰਾਂ ਮੂਰਤਾਂ 'ਚ ਨਹੀਂ, ਹਕੀਕਤ ਵਿੱਚ ਹੁਣ ਮੈਨੂੰ ਉਹਨਾਂ ਦੀਆਂ ਖੁਸ਼ੀਆਂ ਮਿਲੀਆਂ ਨੇ, ਕਿਉਂਕਿ ਮਾਲਕ ਵਿੱਚ ਉਹ ਬੈਠੇ ਨੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹ ਮੰਜ਼ਿਲ, ਇਹ ਸਿੱਖਿਆ, ਇਹ ਰੀਤ ਪੂਰੇ ਗੁਰ ਤੋਂ ਬਿਨਾਂ ਨਾਮੁਮਕਿਨ ਹੈ। ਹੁਣ ਅਸੀਂ ਇਹ ਤਾਂ ਕਹਿੰਦੇ ਹਾਂ ਕਿ ਗੁਰਬਾਣੀ ਗੁਰੂ ਹੈ, ਕੋਈ ਸਾਧੂ ਸੰਤ ਨੂੰ ਗੁਰੂ ਮੰਨਦਾ, ਪਰ ਅਸੀਂ ਗੁਰੂ ਕਦੋਂ ਕਹਿੰਦੇ ਬਣਿਆ? ਗੁਰੂ ਉਹ ਜਦੋਂ ਗੁਰੂ ਦੀ ਮੰਨੀ ਜਾਵੇ। ਗੁਰਬਾਣੀ 'ਚ ਕੋਈ ਸ਼ੱਕ ਨਹੀਂ, ਪੂਰਨ ਹੈ। ਹਰ ਅਧਿਆਤਮਕ ਦੇ ਸਵਾਲ ਦਾ ਜਵਾਬ ਹੈ, ਹਰ ਦੁਬਿਧਾ ਦਾ ਹੱਲ ਹੈ, ਹਰ ਸ਼ੰਕਾ ਦਾ ਇਹਦੇ ਵਿੱਚ ਹੱਲ ਹੈ, ਬਸ਼ਰਤੇ ਕਿਸ ਨੂੰ ਅਧਿਆਤਮਕ ਦੀ ਨਜ਼ਰ ਨਾਲ ਪੜ੍ਹਿਆ ਜਾਵੇ। ਕੋਈ ਸ਼ੱਕ ਨਹੀਂ, ਪੂਰਨ ਗੁਰੂ ਦੀ ਬਾਣੀ ਹੈ, ਧੁਰ ਦੀ ਬਾਣੀ ਹੈ। ਸ਼ੱਕ ਹੀ ਕੋਈ ਨਹੀਂ ਇਹਦੇ ਤੇ, ਸੰਦੇਹ ਹੀ ਕੋਈ ਨਹੀਂ, ਪਰ ਅਸੀਂ ਨਹੀਂ ਨਾ ਪੂਰੇ ਹੋ ਕੇ ਇਸ ਨੂੰ ਪੜ੍ਹ ਰਹੇ। ਗੁਰਬਾਣੀ ਤਾਂ ਅਸੀਂ ਪੜ੍ਹਨੀ ਸੀ, ਅਸੀਂ ਵਿਚਾਰਨੀ ਸੀ। ਗੁਰਬਾਣੀ ਤਾਂ ਕਿਰਦਾਰ ਵਿੱਚ ਲਿਆਉਣੀ ਸੀ। ਗੁਰੂ ਦੀ ਸਿੱਖਿਆ ਕਿੱਥੇ ਆ? ਕਿਰਦਾਰ। ਗੁਰੂ ਕੋਲੇ ਬਹਿਣਾ ਤਾਂ ਨਹੀਂ, ਗੁਰੂ ਦੀ ਸਿੱਖਿਆ ਨੂੰ ਖਿਲਾਰਨਾ, ਗੁਰੂ ਦੇ ਕੋਲੇ ਹੋਣਾ ਨਹੀਂ ਸਿੱਖਿਆ ਅਸੀਂ। ਗੁਰੂ ਦੇ ਕੋਲੇ ਬਹਿਣਾ ਬਹੁਤ ਸਿੱਖਿਆ ਅਸੀਂ, ਤਾਬਿਆਂ ਵਿੱਚ ਬਹਿਣਾ ਬਹੁਤ ਸਿੱਖਿਆ, ਪਰ ਤਾਬਿਆਂ ਵਿੱਚ ਰਹਿਣਾ ਨਹੀਂ ਸਿੱਖਿਆ। ਆਸੇ ਪਾਸੇ ਘੁੰਮਣਾ, ਪਰਿਕਰਮਾ ਕਰਨੀ ਬਹੁਤ ਸਿੱਖੀ ਅਸੀਂ, ਪਰ ਅਸੀਂ ਗੁਰੂ ਦੀ ਖੁਸ਼ਬੂ ਨਹੀਂ ਲੈਣੀ ਸਿੱਖੀ। ਗੁਰਦੁਆਰੇ ਜਾ ਕੇ ਹੀ ਗੁਰੂ ਦੇ ਕੋਲੇ ਨਹੀਂ, ਘਰ ਵਿੱਚ ਵੀ ਗੁਰੂ ਦੇ ਕੋਲੇ, ਕਾਰ ਚਲਾਉਂਦੇ ਵੀ ਗੁਰੂ ਨੂੰ ਕੋਲੇ ਅਸੀਂ ਰੱਖਣਾ ਹੈ। ਜਦੋਂ ਇਹ ਗੁਰਬਾਣੀ, ਗੁਰੂ ਦੀ ਸੰਦੇਸ਼, ਗੁਰੂ ਦੀ ਸਿੱਖਿਆ ਜਦੋਂ ਸਾਡਾ ਕਿਰਦਾਰ ਬਣ ਗਈ, ਹਰ ਘੜੀ ਹਰ ਸਵਾਸ ਦਾ ਧਿਆਨ ਬਣ ਗਈ, ਆਪਣੇ ਕਰਮ ਪ੍ਰਤੀ ਧਿਆਨ ਬਣ ਗਈ, ਉਦੋਂ ਜਦੋਂ ਬੁਰੇ ਵਿਚਾਰ ਵੱਲ, ਕਹਿੰਦੇ ਬੁਰੀ ਚੀਜ਼ ਵੱਲ ਹੱਥ ਵਧੇ, ਗੁਰੂ ਉਦੋਂ ਕੋਲੇ ਖੜਾ ਅਸੀਂ ਮਹਿਸੂਸ ਕਰੀਏ, ਉਦੋਂ ਰੋਕ ਲਈਏ। ਉਹ ਹੈ ਗੁਰੂ ਸਿੱਖਿਆ, ਉਹ ਹੈ ਸੱਚੀ ਸਿੱਖਿਆ। ਗੁਰਦੁਆਰੇ ਆਉਂਦੇ ਤਾਂ ਅਸੀਂ ਆਪਣੇ ਵਿਚਾਰ ਹੋਰ ਬਣਾ ਲੈਂਦੇ ਹਾਂ, ਗੁਰਦੁਆਰੇ ਜਾਂਦੇ ਸਮੇਂ ਸਾਡੇ ਵਿਚਾਰ ਹੋਰ ਹੋ ਜਾਂਦੇ ਨੇ, ਗੱਡੀ 'ਚ ਬਹਿੰਦੇ ਵਿਚਾਰ ਸਾਡੇ ਹੋਰ ਹੋ ਜਾਂਦੇ ਨੇ, ਘਰੇ ਜਾਂਦਾ ਜਾਂਦਾ ਵਿਚਾਰ ਸਾਡੇ ਹੋਰ ਹੀ ਹੋ ਜਾਂਦੇ ਨੇ। ਫਿਰ ਉਹੀ ਧੰਦੇ, ਉਹੀ ਚੋਰੀਆਂ, ਉਹੀ ਹੇਰਾ ਫੇਰੀਆਂ। ਅਸੀਂ ਤਾਂ ਆਪਣੇ ਆਪ ਨੂੰ ਸੱਚਾ ਰੱਖ ਹੀ ਨਹੀਂ ਪਾਏ। ਹਰ ਘੜੀ ਆਪਣੀ ਕਿਰਤ ਤੇ ਧਿਆਨ ਰੱਖਣਾ, ਉਸੀ ਸੱਚੀ ਬਾਣੀ। ਅੰਦਰ ਸੱਚ ਵਸਾ ਲੈਣਾ, ਅੰਦਰ ਬਾਹਰ ਸੱਚ ਹੋ ਜੇ। ਆਪਣੇ ਹੱਕ ਤੋਂ ਜ਼ਿਆਦਾ ਮੈਂ ਕਿਸੇ ਕੋਲੋਂ ਇੱਕ ਸਿੱਕਰ ਵੀ ਨਹੀਂ ਲਊਂਗਾ। ਮੈਂ ਦਿਹਾੜੀ ਕਰਦਾ, ਮੈਂ ਬਿਜ਼ਨਸ ਕਰਦਾ, ਜੋ ਮੇਰਾ ਹੱਕ ਬਣਦਾ ਮੈਂ ਉਹ ਕਮਾਈ ਕਰਾਂਗਾ। ਉਹ ਅਸੀਂ ਸੱਚੀ ਬਾਣੀ, ਉਹ ਅਸੀਂ ਸੱਚੇ ਗੁਰੂ ਦੀ ਸਿੱਖਿਆ। ਮੈਂ ਉਹਦੇ ਵਿੱਚੋਂ ਵੀ ਮਦਦ ਕਰਾਂਗਾ, ਸੇਵਾ ਕਰਾਂਗਾ, ਦਾਨ ਕਰਾਂਗਾ। ਉਹ ਅਸੀਂ ਸੱਚੀ ਬਾਣੀ, ਸੱਚੀ ਸਿੱਖਿਆ। ਪਰਾਇਆ ਹੱਕ ਨਹੀਂ ਖਾਵਾਂਗਾ, ਚੋਰੀ ਨਹੀਂ ਕਰਾਂਗਾ, ਹੇਰਾ ਫੇਰੀ ਨਹੀਂ ਕਰਾਂਗਾ, ਨਿੰਦਾ ਚੁਗਲੀ ਬੁਰਾਈ ਨਹੀਂ ਕਰਾਂਗਾ। ਇਹ ਸੀ ਸੱਚੀ ਬਾਣੀ। ਸਭ ਨੂੰ ਇੱਕ ਮੰਨਾਂਗਾ, ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਸਿੱਖ ਨਹੀਂ, ਕੋਈ ਈਸਾਈ ਨਹੀਂ, ਸਭ ਇੱਕੋ ਜੋਤ ਹੈ। ਅਵਲ ਅੱਲੇ ਨੂਰ ਉਪਾਇਆ, ਉਹ ਹੈ ਸੱਚੀ ਬਾਣੀ। ਕਦੀ ਉਸ ਨੀਅਤ ਨਾਲ ਪੜ੍ਹੀਏ ਤਾਂ ਸਹੀ, ਅਸੀਂ ਉਸ ਗਹਿਰਾਈ ਨਾਲ ਇਸ ਨੂੰ ਪੜ੍ਹੀਏ ਤਾਂ ਸਹੀ, ਉਸ ਵਿਚਾਰ ਨਾਲ ਪੜ੍ਹੀਏ ਤਾਂ ਸਹੀ। ਕਹਿੰਦੇ ਕਿਵੇਂ ਨਹੀਂ ਰੋਗ ਤੇਰੇ ਟੁੱਟਣ, ਕਹਿੰਦੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਪੂਰਨ ਗੁਰੂ ਦੀ ਬਖਸ਼ਿਸ਼ ਹੋਈ ਜਦੋਂ, ਤੇ ਪੂਰਨ ਗੁਰੂ ਦੀ ਬਖਸ਼ਿਸ਼ ਉਦੋਂ ਹੁੰਦੀ ਆ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਪੂਰਨ ਤੌਰ ਤੇ, ਮੁਕੰਮਲ ਤੌਰ ਤੇ ਮੰਨਦੇ। ਜਿਵੇਂ ਗੁਰੂ ਨੇ ਕਿਹਾ ਹੈ ਉਵੇਂ ਹੀ ਕਰਨਾ, ਹਿੰਮਤ ਚਾਹੀਦੀ ਬੜੀ। ਸੰਸਾਰ ਅੱਗੇ ਝੁਕ ਜਾਂਦੇ। ਗੁਰੂ ਤਾਂ ਕਹਿੰਦਾ ਕਿ ਤੂੰ ਝੂਠ ਨਾਲ ਲੜ, ਸੰਸਾਰ ਕਹਿੰਦਾ ਝੂਠ ਨਾਲ ਰਲ ਜਾ, ਅਸੀਂ ਰਲ ਜਾਂਦੇ ਹਾਂ। ਗੁਰੂ ਕਹਿੰਦਾ ਸੰਸਾਰ ਫਾਨੀ ਹੈ,
ਅਸੀਂ ਇਹਨੂੰ ਸੱਚ ਮੰਨੀ ਬੈਠੇ ਹਾਂ। ਗੁਰੂ ਕਹਿੰਦਾ ਪਰਿਵਾਰ ਤੇਰਾ ਨਹੀਂ, ਅਸੀਂ ਆਪਣਾ ਮੰਨੀ ਬੈਠੇ। ਗੁਰੂ ਕਹਿੰਦਾ ਸੰਸਾਰ ਤੇਰਾ ਨਹੀਂ, ਅਸੀਂ ਆਪਣਾ ਮੰਨੀ ਬੈਠੇ। ਗੁਰੂ ਕਹਿੰਦਾ ਕਰਮ ਵਿੱਚ ਧਰਮ, ਅਸੀਂ ਧਰਮ ਵਿੱਚੋਂ ਕਰਮ ਲੱਭਦੇ ਪਏ ਹਾਂ। ਸਗਲ ਧਰਮ ਮੈਂ ਉੱਤਮ ਧਰਮ, ਹਰ ਕਾ ਨਾਮ ਜਪ ਨਿਰਮਲ ਕਰਮ। ਕਰਮਾਂ ਵਿੱਚ ਧਰਮ ਸੀ। ਅਸੀਂ ਗੁਰੂ ਮੱਤ ਤੇ ਜਦੋਂ ਮੁਕੰਮਲ ਉਤਰਾਂਗੇ ਫਿਰ ਪੂਰਨ ਗੁਰੂ ਦੀ ਬਾਣੀ ਸਾਡੇ ਅੰਦਰ ਬੈਠਣੀ ਹੈ। ਗੁਰੂ ਦੀ ਮੰਨੀਏ ਤੇ ਫੇਰ ਹੀ ਅੰਦਰੋਂ ਚਾਨਣ ਹੋਣਾ ਹੈ। ਗੁਰੂ ਨੂੰ ਤਾਂ ਨਾ ਮੰਨੀਏ, ਗੁਰੂ ਦੀ ਮੰਨੀਏ। ਗੁਰੂ ਨੇ ਕਦੋਂ ਕਿਹਾ ਸੀ ਮੇਰੇ ਲਈ ਮਹਿੰਗੇ ਗੁਰਦੁਆਰੇ ਬਣਾਇਆ ਜੇ, ਮੇਰੇ ਲਈ ਸੋਨੇ ਦੀਆਂ ਪਾਲਕੀਆਂ ਬਣਾਇਆ ਜੇ, ਮੇਰੇ ਲਈ ਮਹਿੰਗੇ ਮਹਿੰਗੇ ਰੁਮਾਲੇ ਰੱਖੋ ਜੇ, ਮੇਰੇ ਲਈ ਏਸੀ ਲਾਇਆ ਜੇ, ਕਿ ਇਹ ਗੁਰੂ ਦਾ ਹੁਕਮ ਹੈ? ਗੁਰੂ ਕਿਸੇ ਵੀ ਰੂਪ ਵਿੱਚ, ਸੰਤ ਦੇ ਰੂਪ 'ਚ, ਗ੍ਰੰਥ ਦੇ ਰੂਪ 'ਚ, ਗੁਰਬਾਣੀ ਦੇ ਰੂਪ 'ਚ, ਅਲੱਗ ਅਲੱਗ ਧਰਮ ਵਿਚਾਰਧਾਰਾ ਆ। ਹਮੇਸ਼ਾ ਧਿਆਨ ਰੱਖੋ, ਗੁਰੂ ਕਿਸੇ ਵੀ ਰੂਪ ਵਿੱਚ ਗੁਰੂ ਪੂਜਨੇ ਨਹੀਂ ਹੁੰਦੇ, ਗੁਰੂ ਮੰਨਣੀਏ ਹੁੰਦਾ। ਭਾਵ ਗੁਰੂ ਦੀ ਪੂਜਾ ਨਹੀਂ ਕੀਤੀ ਜਾਂਦੀ, ਗੁਰੂ ਦੀ ਮੰਨੀ ਜਾਂਦੀ, ਗੁਰੂ ਨੂੰ ਨਹੀਂ ਮੰਨਿਆ ਜਾਂਦਾ। ਔਰ ਗੁਰੂ ਵੀ ਇਹੀ ਚਾਹੁੰਦਾ ਹੈ ਕਿ ਮੇਰੀ ਮੰਨ ਤੇ ਅੱਗੇ ਵੱਧ, ਕਿਉਂਕਿ ਤੇਰੀ ਮੰਜ਼ਿਲ ਨਿਰਾਕਾਰ ਆ, ਤੇਰੀ ਮੰਜ਼ਿਲ ਤੁਰ ਆ। ਗੁਰੂ ਵੀ ਵਧਾਉਣਾ ਚਾਹੁੰਦਾ, ਗੁਰੂ ਵੀ ਅੱਗੇ ਤੋਰਨਾ ਚਾਹੁੰਦਾ। ਅਸੀਂ ਨਹੀਂ ਤੁਰਨਾ ਚਾਹੁੰਦੇ, ਅਸੀਂ ਪੂਰਨ ਗੁਰੂ ਮੰਨਣਾ ਹੀ ਨਹੀਂ ਚਾਹੁੰਦੇ। ਅਸੀਂ ਤਾਂ ਅੱਧਾ ਪਚੱਧਾ ਮੰਨਣਾ ਚਾਹੁੰਦੇ ਹਾਂ, ਜੋ ਸਾਨੂੰ ਚੰਗੇ ਲੱਗਦੀਆਂ ਅਸੀਂ ਉਹਨੀਆਂ ਕਿ ਮੰਨਣਾ ਚਾਹੁੰਦੇ ਹਾਂ। ਗੁਰੂ ਨੇ ਕਿੱਥੇ ਗਿਆ ਸੀ ਮੈਨੂੰ ਸਿਰ ਤੇ ਰੱਖ ਕੇ ਤੁਸੀਂ ਫੁੱਲਾਂ ਦੀ ਵਰਖਾ ਕਰੇ ਨਗਰ ਕੀਰਤਨ ਕੱਢਿਆ ਜੀ। ਵਾਹ ਵਾਹ ਕਰੋ ਮੇਰੀ ਕੀਤੀ, ਅੰਦਰ ਦੀ ਕਮਾਈ ਨਾਲ ਆਪਣੇ ਅੰਦਰ ਵਾਹ ਵਾਹ ਕਰ, ਅਨਹਦ ਰਾਗ ਜਾ। ਇਹ ਢੋਲਕੀਆਂ ਛਾਣੇ ਲੈ ਕੇ ਸੜਕਾਂ ਤੇ ਨਾ ਤੁਰਿਆ ਫਿਰ। ਅੰਦਰ ਬਹਿ ਕਾਗਾ ਢੋਲਕੀਆਂ ਛਾਣੇ ਤੇ ਅੰਦਰ ਵੱਜਦੇ ਪਏ ਨੇ ਆਨੰਦ ਰੂਪ ਵਿੱਚ। ਇਹ ਗੁਰੂ ਦਾ ਹੁਕਮ ਸੀ। ਗੁਰੂ ਨੂੰ ਅੰਦਰ ਵਸਾਉਣਾ ਸੀ। ਅਸੀਂ ਗੁਰੂ ਨੂੰ ਜਗ੍ਹਾ ਕਿੱਥੇ ਦਿੱਤੀ? ਗੁਰਦੁਆਰੇ 'ਚ, ਉੱਥੇ ਸੁਖਾਸਨ, ਉੱਥੇ ਪ੍ਰਕਾਸ਼। ਗੁਰੂ ਦਾ ਪ੍ਰਕਾਸ਼ ਤਾਂ ਆਪਣੇ ਅੰਦਰ ਕਰਨਾ ਸੀ, ਹਿਰਦੇ ਦੀ ਜੋਤ ਦੇ ਵਿੱਚ ਪੜ੍ਹਨਾ ਸੀ, ਪੂਰਨ ਸਿੱਖਿਆ ਮੰਨਣੀ ਸੀ, ਪੂਰਨ ਗੁਰੂ ਮੱਤ ਲੈਣੀ ਸੀ। ਫਿਰ ਕਹਿੰਦੇ ਮਹਾਰਾਜ ਕਹਿੰਦੇ ਨੇ ਸੁਣੀ ਸੱਚੀ ਬਾਣੀ ਪੂਰੇ ਗੁਰ ਤੇ ਜਾਣ। ਫਿਰ ਕਿਵੇਂ ਨਹੀਂ ਤੂੰ ਪੂਰੀ ਹੋਂਦ ਜਾਣਦਾ? ਜਦੋਂ ਗੁਰੂ ਦੀ ਪੂਰੀ ਮੰਨੇਗਾ ਤੇ ਪੂਰਨ ਆਪੇ ਸਾਹਮਣੇ ਆਵੇਗਾ। ਕਹਿੰਦੇ ਸੁਣ ਤੇ ਪੁਨੀਤ ਕਹਿੰਦੇ ਪਵਿੱਤ, ਆਖਣ ਵਾਲੇ, ਸੁਣਨ ਵਾਲੇ, ਸੁਣਨ ਵਾਲੇ, ਗਾਉਣ ਵਾਲੇ, ਸਮਝਣ ਵਾਲੇ ਸਾਰੇ ਪਵਿੱਤਰ ਹੋ ਜਾਂਦੇ ਨੇ। ਇੱਥੇ ਕਿਹੜੀ ਅਵਸਥਾ? ਅੱਖਾਂ ਵੇਖਣ ਵਾਲੀਆਂ ਨੇ, ਜ਼ੁਬਾਨ ਗਾਉਣ ਵਾਲੀ ਤੇ ਕੰਨ ਸੁਣਨ ਵਾਲੇ। ਇੱਥੇ ਬਾਹਰ ਨਾ ਜੋੜ ਲਿਓ ਜੇ। ਫਿਰ ਇੱਥੇ ਅੱਖਾਂ ਮੇਰੀਆਂ ਉਸਨੂੰ ਵੇਖਣ ਵਾਲੀਆਂ, ਜ਼ੁਬਾਨ ਉਸਨੂੰ ਗਾਉਣ ਵਾਲੀ ਤੇ ਕੰਨ ਉਸਨੂੰ ਸੁਣਨ ਵਾਲੇ। ਕਹਿੰਦੇ ਸਾਰੇ ਪਵਿੱਤਰ ਹੋ ਗਏ ਨੇ। ਰਸਨਾ ਵੀ ਪਵਿੱਤਰ ਹੋ ਗਈ, ਮੇਰੇ ਸ਼ਰਵਣ, ਮੇਰੇ ਕੰਨ ਵੀ ਪਵਿੱਤਰ ਹੋ ਗਏ, ਮੇਰੇ ਨੇਤਰ ਵੀ ਪਵਿੱਤਰ ਹੋ ਗਏ। ਆਖਣ ਵਾਲੀ ਜ਼ੁਬਾਨ ਤੇ ਸੁਣਨ ਵਾਲੇ ਕੰਨ, ਇਹ ਵੀ ਹੁਣ ਪਵਿੱਤਰ। ਭਾਵ ਹੁਣ ਮੇਰੀ ਰਸਨਾ ਤੋਂ ਪਵਿੱਤਰ ਸ਼ਬਦ ਹੀ ਨਿਕਲਦੇ ਨੇ। ਨਿੰਦਿਆ ਈਰਖਾ ਨਹੀਂ, ਹੁਣ ਧੁਰ ਦੀ ਬਾਣੀ ਹੀ ਮੇਰੀ ਰਸਨਾ ਤੋਂ ਨਿਕਲਦੀ ਆ ਤੇ ਮੇਰੀ ਰਸਨਾ ਧੁਰ ਦੀ ਪ੍ਰਸ਼ੰਸਾ ਹੀ ਸੁਣਦੀ ਹੈ। ਹੁਣ ਤੀਰਥਾਂ ਦੀ, ਹੁਣ ਇਤਿਹਾਸ ਦੀਆਂ ਗੱਲਾਂ ਨਹੀਂ, ਧੁਰ ਦੀ ਗੱਲ ਸੁਣਾ ਕੋਈ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਮੇਰੇ ਸ਼ਰਵਣ ਵੀ, ਮੇਰੇ ਕੰਨ ਵੀ ਸੁਣਨ ਵਾਲੇ ਪਵਿੱਤਰ ਹੋ ਗਏ ਤੇ ਮੇਰੀ ਰਸਨਾ ਵੀ ਜਿਹੜੀ ਉਸਨੂੰ ਜਪਦੀ ਸੀ, ਉਸਨੂੰ ਜਪ ਰਹੀ ਆ, ਉਹ ਵੀ ਪਵਿੱਤਰ ਹੋ ਗਈ ਆ। ਸਤਿਗੁਰ ਰਹਿਆ ਭਰਪੂਰੇ। ਇਹ ਭਰਪੂਰ ਜਿਹੜਾ ਮੇਰੇ ਅੰਦਰ ਭਰਿਆ ਗੁਰੂ ਦੀ ਬਖਸ਼ਿਸ਼ ਹੈ। ਹੁਣ ਕੀ ਵੇਖਿਆ ਮੈਂ? ਗੁਰੂ ਹੀ ਭਰਪੂਰ ਹੈ, ਨਿਰਾਕਾਰ ਹੀ ਭਰਪੂਰ ਹੈ। ਹੁਣ ਮੈਂ ਵੀ, ਤਿੰਨੇ ਸੂਰਤਾਂ ਇੱਕੋ ਹੋ ਗਈਆਂ ਨੇ। ਕਬੀਰ ਸਾਹਿਬ ਕਹਿੰਦੇ ਨਾ, ਰਾਮ ਕਬੀਰਾ ਕੀ ਭੇਦ ਹੈ। ਹੁਣ ਗੁਰੂ ਤੇ ਕਬੀਰ ਵਿੱਚ ਕਹਿੰਦੇ, ਇਸ ਕਹਿੰਦੇ ਗੁਰੂ ਸਿੱਖ ਤੇ ਜਦੋਂ ਉਹ ਤੁਰ ਇੱਕ ਹੋ ਗਏ, ਫਿਰ ਗੱਲ ਤਾਂ ਇੱਥੇ ਮੁੱਕਣੀ ਆ, ਜਿੱਥੇ ਨੇਤਰ, ਜ਼ੁਬਾਨ ਤੇ ਕੰਨ ਇੱਕ ਹੋ ਗਏ। ਕਰਕੇ ਵੇਖਣਾ, ਕਦੀ ਸਿਮਰਨ ਅਭਿਆਸ ਕਰਦੇ ਹੋ ਜਾਂ ਗੁਰਬਾਣੀ ਪੜ੍ਹਦੇ ਹੋ। ਨੇਤਰ ਵੀ ਉੱਥੇ ਹੀ ਹੋਣ ਜਿੱਥੇ ਤੁਸੀਂ ਪੜ੍ਹ ਰਹੇ ਹੋ, ਜੋ ਪੜ੍ਹ ਰਹੇ ਹੋ। ਕੰਨ ਵੀ ਉੱਥੇ ਹੋਣ, ਜੋ ਤੁਸੀਂ ਪੜ੍ਹ ਰਹੇ ਹੋ ਸਿਰਫ ਉਹੀ ਸੁਣ ਰਹੇ ਹੋਣ, ਤੇ ਰਸਨਾ ਵੀ ਉਹੀ ਪੜ੍ਹ ਰਹੀ ਹੋਵੇ ਜੋ ਨੇਤਰ ਵੇਖ ਰਹੇ ਨੇ ਤੇ ਕੰਨ ਸੁਣ ਰਹੇ ਨੇ।
ਗੁਰਬਾਣੀ ਪੜ੍ਹਦੇ ਆ, ਨੇਤਰ ਅੱਖਰ ਪੜ੍ਹ ਰਹੇ ਹੁੰਦੇ ਨੇ, ਕੰਨ ਕੁਛ ਹੋਰ ਹੀ ਸੁਣ ਰਹੇ ਹੁੰਦੇ ਨੇ, ਜ਼ੁਬਾਨ ਕੁਛ ਹੋਰ ਹੀ ਬੋਲ ਰਹੀ ਹੁੰਦੀ, ਅੰਦਰ ਦੀ ਜ਼ੁਬਾਨ, ਮਨ ਦੀ ਜ਼ੁਬਾਨ। ਜ਼ੁਬਾਨ ਤੋਂ ਪਾਠ ਚੱਲ ਰਿਹਾ ਹੁੰਦਾ, ਅੰਦਰੋਂ ਦੀ ਜ਼ੁਬਾਨ ਹੋਰ ਹੀ ਕੁਛ ਬੋਲੀ ਜਾਂਦੀ ਹੈ, ਨੇਤਰ ਕੁਛ ਹੋਰ ਹੀ ਵੇਖੀ ਜਾਂਦੇ। ਕਰਕੇ ਵੇਖਿਓ, ਔਖੀ ਤਪੱਸਿਆ ਹੈ। ਨੇਤਰ ਜੋ ਪੜ੍ਹ ਰਹੇ ਨੇ ਜ਼ੁਬਾਨ, ਨੇਤਰ ਜੋ ਵੇਖ ਰਹੇ ਨੇ ਜ਼ੁਬਾਨ ਉਹੀ ਪੜ੍ਹੇ। ਜ਼ੁਬਾਨ ਜੋ ਪੜ੍ਹ ਰਹੀ ਆ, ਕੰਨ ਉਹੀ ਸੁਣਨ। ਕੰਨ ਜੋ ਸੁਣ ਰਹੇ ਨੇ ਜ਼ੁਬਾਨ ਉਹੀ ਪੜ੍ਹੇ। ਜ਼ੁਬਾਨ ਜੋ ਪੜ੍ਹ ਰਹੀ ਆ, ਨੇਤਰ ਉਹੀ ਵੇਖਣੇ। ਤਿੰਨੇ ਇੰਦਰੀਆਂ ਇੱਕ ਕਰਨੀਆਂ ਨੇ। ਸੁਣੀਏ, ਸੁਣੋ ਗੌਰ ਨਾਲ। ਪੜ੍ਹਨਾ ਨਹੀਂ, ਪੜ੍ਹਨ ਨੂੰ ਸੁਣੋ ਗੌਰ ਨਾਲ। ਕਹਿੰਦੇ ਤਿੰਨੇ ਇੱਕ ਫੇਰ ਦੇਖ ਤਮਾਸ਼ਾ। ਕਹਿੰਦੇ ਸਤਿਗੁਰ ਦੀ ਮਹਿਮਾ ਆ, ਸਤਿਗੁਰ ਰਹਿਆ ਭਰਪੂਰ। ਉਹੀ ਸੱਚਾ ਸਤਿਗੁਰ, ਸੱਚਾ ਗਿਆਨ ਧੁਰ, ਉਹ ਸਭ ਵਿੱਚ ਭਰਪੂਰ ਆ, ਭਰਿਆ ਹੋਇਆ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮਹਾਰਾਜ ਜੀ ਕਹਿੰਦੇ ਨੇ, ਮੂਰਖਾ ਗੁਰੂ ਦੇ ਚਰਨਾਂ ਨਾਲ ਲੱਗ, ਨੀਵਾਂ ਹੋ, ਆਪਣੀ ਮੈਂ ਗਵਾ, ਆਪਣਾ ਅਹੰਕਾਰ ਗਵਾ। ਸਿਰ ਝੁਕਾਉਣ ਦੀ ਪ੍ਰਥਾ ਨਾ ਲਾ। ਸੀਸ ਨਵਾਈਏ ਕਿਆ ਥੀਏ, ਜੇ ਮਨੋ ਕਸੁੱਦੇ ਜਾਏ। ਗੁਰੂ ਦੇ ਚਰਨਾਂ ਦੇ ਨਾਲ ਲੱਗ। ਝੁਕਣਾ ਨਾ ਸਿੱਖ ਕੇ ਮੈਂ ਆਉਂਦਾ ਜਾਂਦਾ ਗੁਰਦੁਆਰੇ ਮੱਥਾ ਟੇਕਦਾ। ਮੱਥਾ ਟੇਕਣਾ ਭਾਵੇਂ ਭੁੱਲ ਵੀ ਜਾਵੀਂ, ਗੁਰੂ ਦੇ ਚਰਨਾਂ ਨਾਲ ਲੱਗਣਾ ਸਿੱਖ। ਮੱਥਾ ਬਾਹਰੋਂ ਵੀ ਕਬੂਲ ਹੋ ਜੂ, ਘਰੇ ਬੈਠਿਆਂ ਵੀ ਕਬੂਲ ਹੋ ਜੂ। ਗੁਰੂ ਦੇ ਚਰਨ ਦਾ ਭਾਵ ਕੀ? ਨੀਵੇਂ ਹੋ ਜਾਣਾ, ਆਪਣਾ ਵਜੂਦ ਖਤਮ ਕਰ ਦੇਣਾ। ਮੈਂ ਹਉਮੈ ਅਹੰਕਾਰ, ਆਪਣਾ ਤਕੱਬਰ ਖਤਮ ਕਰ ਦੇਣਾ। ਹੁਣ ਮੈਂ ਝੁਕ ਗਿਆ ਹਾਂ। ਮੈਂ ਜਿਹੜੀ ਮੇਰੀ ਮੈਂ ਸੀ ਨਾ, ਉਹ ਝੁਕ ਗਈ ਹੈ। ਪਹਿਲਾਂ ਤਾਂ ਮੱਥੇ ਟੇਕਦਾ ਸੀ, ਇੱਥੇ ਮੱਥਾ ਨਾ ਟੇਕੀਏ ਤੇ ਲੋਕੀ ਕਹਿੰਦੇ ਨੇ ਅਹੰਕਾਰ ਆ। ਉਹਦੇ ਅੰਦਰ ਦੀ ਤੁਹਾਨੂੰ ਕੀ ਪਤਾ ਵਿਚਾਰਧਾਰਾ, ਕੀ ਪਤਾ ਉਹ ਅੰਦਰੋਂ ਕਿੰਨੀ ਵਾਰੀ ਡੰਡੌਤ ਕਰੀ ਜਾਂਦਾ, ਦੰਡਵਤ ਕਰੀ ਜਾਂਦਾ, ਕੀ ਪਤਾ ਅੰਦਰੋਂ ਵਿਚਾਰਾ ਉੱਠਦਾ ਹੀ ਨਹੀਂ ਪਿਆ। ਮਨੋਂ ਕਸੁੱਦੇ ਜਾਏ, ਮਨ ਨੂੰ ਸੱਦੇ ਰਾਹ ਪਾ ਕੇ ਮੱਥਾ ਟੇਕਿਆ ਜਾਣਾ, ਨਹੀਂ ਤਾਂ ਸੀਸ ਨਵਾਈਏ ਕਿਆ ਥੀਏ। ਮਨ ਜਦੋਂ ਗੁਰੂ ਦੇ ਅੱਗੇ ਝੁਕ ਗਿਆ, ਮਨ ਜਦੋਂ ਗੁਰੂ ਨੂੰ ਸੁਣਨ ਲੱਗ ਪਿਆ, ਮਨ ਜਦੋਂ ਗੁਰੂ ਨੂੰ ਜਪਣ ਲੱਗ ਪਿਆ, ਫਿਰ ਕੀ ਮੱਥਾ? ਫਿਰ ਤਾਂ ਜਿੱਥੇ ਕਿੱਥੇ ਮੱਥਾ ਹੀ ਮੱਥਾ। ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕਣ ਦੀ ਬੜੀ ਸੋਹਣੀ ਕਲਾ ਖੇਲੀ ਸੀ। ਮੱਕੇ 'ਚ ਪਾਪ ਸਾਰੇ ਸਿੱਖ ਜਾਣਦੇ ਹਨ। ਭਾਈ ਨਾ ਆਪਣੀਆਂ ਥਾਵਾਂ 'ਤੇ ਨਾ ਮੱਥੇ ਟੇਕੋ, ਉਹਨੂੰ ਮੱਥਾ ਟੇਕਣਾ ਸਿੱਖੋ ਪਹਿਲੋਂ, ਕਿ ਉਹਨੂੰ ਮੱਥਾ ਟੇਕਣਾ ਮੈਂ ਤਾਂ ਸਾਹਿਬ ਨੂੰ। ਸਾਹਿਬ ਕਿੱਥੇ ਨਹੀਂ ਹੈਗਾ, ਸਾਹਿਬ ਹਰ ਜਗ੍ਹਾ, ਸਤਿਗੁਰੂ ਹਰ ਜਗ੍ਹਾ। ਸਤਿਗੁਰ ਰਹਿਆ ਭਰਪੂਰ ਹੈ, ਉਹ ਤਾਂ ਭਰਪੂਰ ਹੈ। ਮੈਂ ਮੱਥੇ ਟੇਕਣ ਦੇ ਲਈ ਵੀ ਸਹਾਰੇ ਬਣਾਏ ਹੋਏ ਨੇ। ਕੋਈ ਸਾਧੂ ਦਾ ਸਹਾਰਾ ਲੈ ਕੇ ਮੱਥਾ ਟੇਕਦਾ, ਕੋਈ ਗ੍ਰੰਥ ਦਾ ਸਹਾਰਾ ਲੈ ਕੇ ਮੱਥਾ ਟੇਕਦਾ, ਕੋਈ ਨਿਸ਼ਾਨੀਆਂ ਨਿਸ਼ਾਨ ਸਾਹਿਬ ਨੂੰ ਜਾ ਕੇ, ਚੌਖਟ ਨੂੰ ਜਾ ਕੇ, ਕੋਈ ਬੇਰੀ ਸਾਹਿਬ ਨੂੰ ਜਾ ਕੇ, ਕੋਈ ਮੰਦਿਰ ਜਾ ਕੇ, ਕੋਈ ਮਸਜਿਦ ਜਾ ਕੇ, ਸਹਾਰੇ ਬਣਾ ਬਣਾ ਕੇ ਤਾਂ ਮੱਥੇ ਟੇਕਦੇ ਹਾਂ ਅਸੀਂ। ਬੇਸਹਾਰਾ ਹੋ ਕੇ ਪ੍ਰੇਮ ਜਿੱਥੇ ਭਰਪੂਰ ਆ, ਖੁੱਲਾ ਅਸਮਾਨ ਹੋਵੇ ਭਾਵੇਂ ਤੇ ਜ਼ਮੀਨ ਖੁੱਲੀ ਹੋਵੇ, ਜਿੱਥੇ ਤੇਰਾ ਆਪਾ ਮੰਨ ਗਿਆ, ਮੱਥਾ ਤਾਂ ਉਹ ਹੈ। ਉਹ ਕਿੱਥੇ ਨਹੀਂ ਹੈਗਾ ਇਹ ਤਾਂ ਦੱਸ। ਉਹ ਸਿਰਫ ਉੱਥੇ ਨਹੀਂ ਜਿੱਥੇ ਮੈਂ ਜਿਉਂਦੀ ਆ, ਜਿੱਥੇ ਹਉਮੈ ਜਿਉਂਦੀ ਆ ਉੱਥੇ ਨਹੀਂ। ਉਹ ਭਾਵੇਂ ਗੁਰਦੁਆਰੇ 'ਚ ਹੀ ਬੈਠਾ, ਭਾਵੇਂ ਮਸਜਿਦ 'ਤੇ ਬੈਠਾ, ਭਾਵੇਂ ਮੱਕੇ ਬੈਠਾ, ਮੈਂ ਜਿਉਂਦੀ ਆ, ਹਉਮੈ ਜਿਉਂਦੀ ਆ, ਉਹ ਨਹੀਂ ਹੈਗਾ ਉੱਥੇ ਅਜੇ। ਮੈਂ ਨੂੰ ਮਾਰ ਕੇ ਭਾਵੇਂ ਮੜੀਆਂ 'ਚ ਬਹਿ ਜਾ, ਭਾਵੇਂ ਕਬਰਾਂ 'ਚ ਬਹਿ ਜਾ, ਉਹ ਉੱਥੇ ਵੀ ਆ। ਯਾਦ ਕਰਨਾ ਸਿੱਖੀਏ ਉਸਨੂੰ, ਉਸਨੂੰ ਸਿਮਰਨਾ ਸਿੱਖੀਏ। ਉਹ ਭਰਪੂਰ ਹੈ, ਉਸ ਦੇ ਨਾਲ ਜੁੜਨਾ ਸਿੱਖੀਏ। ਮਹਾਰਾਜ ਕਹਿੰਦੇ ਨੇ, ਬਿਨਵੰਤ ਨਾਨਕ ਗੁਰੂ ਚਰਨ ਲਾਗੇ। ਐ ਮਨਾ, ਗੁਰੂ ਦੇ ਚਰਨਾਂ ਨਾਲ ਲੱਗ। ਮਨ ਮਤ ਦਾ ਤਿਆਗ ਕਰ। ਵਾਜੇ ਅਨਹਦ ਤੂਰੇ, ਲਗਾਤਾਰ ਤੇਰੇ ਅੰਦਰ ਵੱਜ ਰਹੇ ਨੇ ਵਾਜੇ, ਇਹਨਾਂ ਨੂੰ ਸੁਣ, ਇਹਨਾਂ ਨੂੰ ਸ਼ਰਵਣ ਕਰ। ਗੁਰੂ ਦੇ ਪਿਆਰਿਓ, ਜ਼ਿੰਦਗੀ ਦਾ ਮਨੋਰਥ ਲੱਭੀਏ।
ਮਕਸਦ ਲੱਭੀਏ, ਆਪਣੀ ਚਾਹ ਦੇ ਮੁਤਾਬਕ ਤੁਰੀਏ। ਚਾਹ ਕਿਸੇ ਦੇ ਨਾਲ ਨਹੀਂ ਜੋੜੀ ਜਾਂਦੀ, ਕਿਸੇ 'ਚ ਚਾਹ ਘੱਟ ਆ, ਕਿਸੇ 'ਚ ਚਾਹ ਜ਼ਿਆਦਾ। ਆਪਣੀ ਚਾਹ ਨੂੰ ਨਾਪੋ, ਮੇਰੀ ਉਸ ਮਾਲਕ ਦੇ ਪ੍ਰਤੀ ਚਾਹ ਕਿੰਨੀ ਆ। ਆਪਣੇ ਜ਼ਿੰਦਗੀ ਦੇ ਸਫ਼ਰ 'ਚ ਬਹੁਤ ਵਾਰ ਦੇਖਦਾ, ਕਈ ਕਿਤੇ ਮਾਨਵ ਕੋਲੇ ਚਾਹ ਬੜੀ ਹੁੰਦੀ ਪਰ ਉਹਦੇ ਕੋਲ ਰਾਹ ਨਹੀਂ ਹੁੰਦਾ, ਸਮਝਾਉਣ ਸਿਖਾਉਣ ਵਾਲਾ ਕੋਈ ਨਹੀਂ ਹੁੰਦਾ। ਕਿਤੇ ਸਮਝਾਉਣ ਵਾਲਾ ਸਿਖਾਉਣ ਵਾਲਾ ਬੜੀ ਵਧੀਆ ਚਾਹ ਦਿੰਦਾ, ਪਰ ਸਿੱਸ਼ਿਆ ਦੇ ਅੰਦਰ ਚਾਹ ਨਹੀਂ ਹੁੰਦੀ, ਰਾਹ ਨਹੀਂ ਹੁੰਦੀ। ਆਪਣੀ ਚਾਹ ਨੂੰ ਪੜੋ ਤਾਂ ਉਸ ਚਾਹ ਦੇ ਮੁਤਾਬਕ ਰਾਹ ਲੱਭੋ। ਗੁਰਬਾਣੀ ਨੂੰ ਵਿਚਾਰੋ, ਖੁਦ ਗੁਰੂ ਨੂੰ ਸੁਣੋ, ਸਮਝੋ, ਫਿਰ ਕਿਰਦਾਰ ਬਣਾਈਏ, ਕਿਉਂਕਿ ਸਿੱਖੀ ਕਿਰਦਾਰ ਚੋਂ ਪੈਦਾ ਹੋਣੀ ਹੈ। ਕਕਾਰ ਤਾਂ ਸਾਹਿਬ ਨੇ ਦੇਣੇ ਆ ਧੁਰ ਤੋਂ, ਉਹ ਕਿਹੜੇ? ਅਪਣਾਉਣ ਵਾਲੇ, ਪਾਉਣ ਵਾਲੇ ਨਹੀਂ, ਅਪਣਾਉਣ ਵਾਲੇ। ਜਦੋਂ ਮੈਂ ਅੰਦਰੋਂ ਅਪਣਾ ਲੂੰਗਾ, ਮਨ ਤੇ ਗੰਢ ਪੈ ਜਾਏਗੀ ਜਦੋਂ, ਜਿਹੜਾ ਨਾਲ ਜਾਣੇ ਮੇਰੇ ਉਹ ਕਕਾਰ। ਇੰਨਾ ਬੋਲਦਾ ਹੋਇਆ ਅੱਜ ਇੱਥੇ ਖਤਮ ਕਰਦੇ ਆ। ਕੋਈ ਭੁੱਲ ਚੁੱਕ, ਕੋਈ ਗਲਤੀ, ਕੋਈ ਅਪਸ਼ਬਦ, ਕੋਈ ਤਰਕ ਵਿਚਾਰ ਕਰਨ ਲੱਗਿਆ ਕੋਈ ਵਾਧਾ ਘਾਟਾ ਰਹਿ ਗਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਸਤਿਗੁਰੂ ਬਖਸ਼ਿੰਦਾ, ਸੰਗਤ ਬਖਸ਼ਿੰਦਾ, ਹਰ ਹਰ ਵਿੱਚ ਉਹਨੇ ਸਾਰੇ ਹੀ ਬਖਸ਼ਿੰਦੇ ਨੇ। ਮੈਂ ਪਾਪੀ, ਮੈਂ ਨੀਚ, ਮਾਲਕਾ ਬਖਸ਼ ਸਾਨੂੰ। ਇਹੀ ਅਰਦਾਸ ਬੇਨਤੀ ਆ, ਸਾਨੂੰ ਮੱਤ ਦੇ, ਸਾਨੂੰ ਮੱਤ ਦੇ, ਸਾਨੂੰ ਗੁਰੂ ਦੇ ਚਰਨ ਦੇ, ਸਾਨੂੰ ਗੁਰੂ ਦੀ ਰਾਹ ਦੇ, ਸਾਨੂੰ ਗੁਰੂ ਮੱਤ ਦੇ, ਸਾਨੂੰ ਆਨੰਦ ਦੇ, ਸਾਨੂੰ ਅਨਹਦ ਦੇ। ਵਾਹਿਗੁਰੂ ਸਾਹਿਬਾ ਬਖਸ਼ਿਸ਼ ਕਰ, ਭੁੱਲ ਚੁੱਕ ਗਲਤੀ ਮੇਰੀ ਅਵਗਿਆਵਾਂ ਮਾਫ ਕਰੀ। ਇਹ ਸਭ ਤੇਰੀ ਬਖਸ਼ਿਸ਼ ਹੈ। ਅਸੀਂ ਕੌਣ ਬੋਲਣ ਵਾਲੇ, ਅਸੀਂ ਕੌਣ ਆ ਸੁਣਨ ਸੁਣਾਉਣ ਵਾਲੇ, ਅਸੀਂ ਕੌਣ ਆ ਜਪਣ ਜਪਾਉਣ ਵਾਲੇ, ਅਸੀਂ ਕੌਣ ਆ ਇਸ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ। ਜਿੰਨੀ ਕੁ ਮੱਤ ਆ ਦਿੱਤੀ ਤੂੰ ਦਾਨ ਵਿੱਚ ਮਾਲਕਾ, ਉਨਾ ਕੁ ਬੋਲਦੇ ਆ। ਸਾਹਿਬਾ ਬਖਸ਼ਿਸ਼ ਕਰ, ਪੜ੍ਹਿਆ ਸੁਣਿਆ ਕਬੂਲ ਕਰ। ਪੜ੍ਹਨ ਸੁਣਨ ਵਾਲਿਆਂ ਦੀ ਹਾਜ਼ਰੀ ਕਬੂਲ ਕਰੀ ਆਪਣੇ ਦਰ ਤੇ ਬਖਸ਼ਿਸ਼ ਕਰ। ਝੋਲੀ ਖੈਰ ਪਾ, ਸਾਡੀ ਸਾਰਿਆਂ ਦੀ ਝੋਲੀਆਂ ਭਗਤੀ ਨਾਲ ਭਰ, ਆਪਣੇ ਦਿਦਾਰਿਆਂ ਨਾਲ ਭਰ, ਆਪਣੀ ਰਾਹ ਨਾਲ ਭਰ, ਆਪਣੀ ਰਹਿਮਤ ਨਾਲ ਭਰ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।